ਸਤਿ ਸ਼੍ਰੀ ਅਕਾਲ। ਹਮਦਰਦ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਸ਼ੇਖਰ ਰਾਏ। ਸੋ ਅੱਜ ਹੈਲਥ ਟਾਕ ਦੇ ਵਿੱਚ ਇੱਕ ਵਾਰੀ ਫੇਰ ਤੋਂ ਤੁਹਾਡੇ ਨਾਲ ਮੁਲਾਕਾਤ ਹੋਈ ਹੈ। ਸੋ ਅੱਜ ਅਸੀਂ ਖਾਸ ਗੱਲਬਾਤ ਕਰਨ ਦੇ ਲਈ ਤੁਹਾਡੇ ਰੂਬਰੂ ਆਏ ਹਾਂ ਔਰ ਗੱਲ ਹੋ ਰਹੀ ਹੈ ਜੀ ਏਜਿੰਗ ਦੀ। ਏਜਿੰਗ ਦੀ ਗੱਲ ਇਸ ਲਈ ਕਰ ਰਹੇ ਹਾਂ ਕਿਉਂਕਿ ਹਰ ਕਿਸੇ ਨੂੰ ਚੰਗਾ ਲੱਗਦਾ ਹੈ ਕਿ ਉਹ ਖੂਬਸੂਰਤ ਦਿਖੇ, ਪਰ ਉਮਰ ਦੇ ਨਾਲ ਨਾਲ ਕੁਝ ਐਸੇ ਬਦਲਾਵ ਸਾਡੇ ਸਰੀਰ ਦੇ ਵਿੱਚ ਆਉਂਦੇ ਨੇ, ਖਾਸ ਤੌਰ ਦੇ ਉੱਤੇ ਫੇਸ ਦੇ ਵਿੱਚ, ਜਿਸ ਤੋਂ ਅਸੀਂ ਕਈ ਵਾਰ ਨਾਖੁਸ਼ ਹੁੰਦੇ ਹਾਂ ਕਿਉਂਕਿ ਕਈ ਵਾਰੀ ਏਜ ਤੋਂ ਪਹਿਲਾਂ ਹੀ ਏਜ ਜ਼ਿਆਦਾ ਦਿਖਣ ਲੱਗ ਜਾਂਦੀ ਹੈ। ਸੋ ਇਸ ਦੇ ਕਈ ਤਰ੍ਹਾਂ ਦੇ ਕਾਰਨ ਹੋ ਸਕਦੇ ਨੇ, ਪਰ ਘਬਰਾਉਣ ਦੀ ਲੋੜ ਨਹੀਂ ਹੈਗੀ। ਹੁਣ ਟੈਕਨੋਲੋਜੀ ਇੰਨੀ ਜ਼ਿਆਦਾ ਹਾਈ ਹੋ ਗਈ ਹੈ, ਮੈਡੀਕਲ ਸਾਇੰਸ ਨੇ ਇੰਨੀ ਤਰੱਕੀ ਕਰ ਲਈ ਹੈ ਕਿ ਤੁਹਾਨੂੰ ਏਜ ਦੀਆਂ ਜਿਹੜੀਆਂ ਪ੍ਰੋਬਲਮਸ ਨੇ ਉਹਨਾਂ ਤੋਂ ਬੜੇ ਆਰਾਮ ਨਾਲ ਛੁਟਕਾਰਾ ਮਿਲ ਸਕਦਾ ਹੈ, ਔਰ ਉਹ ਵੀ ਵਿਦਆਊਟ ਐਨੀ ਸਾਈਡ ਇਫੈਕਟਸ। ਡਰਨ ਦੀ ਕੋਈ ਵੀ ਗੱਲ ਨਹੀਂ ਹੈਗੀ ਕਿਉਂਕਿ ਟਾਈਮ ਦੇ ਨਾਲ ਨਾਲ ਇੰਨੀ ਇੰਪਰੂਵਮੈਂਟ ਹੋ ਗਈ ਹੈ ਕਿ ਜਿਵੇਂ ਪਹਿਲਾਂ ਅਸੀਂ ਸੁਣਿਆ ਕਰਦੇ ਸੀਗੇ ਕਿ ਐਂਟੀ ਏਜ ਜਿਹੜੇ ਟਰੀਟਮੈਂਟਸ ਹੁੰਦੇ ਨੇ ਜਾਂ ਕਾਸਮੈਟਿਕ ਟਰੀਟਮੈਂਟਸ ਜਿਹੜੇ ਹੁੰਦੇ ਨੇ ਉਹਨਾਂ ਦੇ ਵਿੱਚ ਕੁਝ ਰਿਸਕ ਹੁੰਦੇ ਨੇ, ਉਹ ਰਿਸਕ ਜਿਹੜੇ ਨੇ ਹੁਣ ਬਿਲਕੁਲ ਵੀ ਨਹੀਂ ਹੈਗੇ। ਇਹ ਜਿੰਨੀਆਂ ਵੀ ਸ਼ੰਕਾਵਾਂ ਨੇ ਅੱਜ ਇਸ ਐਪੀਸੋਡ ਦੇ ਵਿੱਚ ਤੁਹਾਡੀਆਂ ਦੂਰ ਵੀ ਕਰਾਂਗੇ ਔਰ ਤੁਹਾਨੂੰ ਜਾਣਕਾਰੀ ਦੇਵਾਂਗੇ ਕਿ ਕਿਸ ਤਰੀਕੇ ਦੇ ਨਾਲ ਐਂਟੀ ਏਜਿੰਗ ਜਿਹੜਾ ਟਰੀਟਮੈਂਟ ਹੈਗਾ ਵਰਕ ਕਰਦਾ ਹੈ ਔਰ ਤੁਹਾਡੇ ਲਈ ਕਿਵੇਂ ਲਾਭਦਾਇਕ ਹੋ ਸਕਦਾ ਔਰ ਕਿਵੇਂ ਬਿਨਾਂ ਸਾਈਡ ਇਫੈਕਟਸ ਦੇ ਤੁਸੀਂ ਦੁਬਾਰਾ ਤੋਂ ਜਵਾਨ ਦੇਖ ਸਕਦੇ ਹੋ। ਸੋ ਸਾਡੇ ਨਾਲ ਅੱਜ ਇਸ ਐਪੀਸੋਡ ਦੇ ਵਿੱਚ ਮੌਜੂਦ ਹੋਣਗੇ ਬੋਰਡ ਸਰਟੀਫਾਈਡ ਲੇਜ਼ਰ ਕਾਸਮੈਟਿਕ ਸਰਜਨ ਡਾਕਟਰ TS ਨਾਗਪਾਲ। ਉਹਨਾਂ ਦਾ ਸਵਾਗਤ ਕਰਦੇ ਹਾਂ। ਬਹੁਤ ਬਹੁਤ ਸਵਾਗਤ ਹੈ ਡਾਕਟਰ ਸਾਹਿਬ। ਸਤਿ ਸ਼੍ਰੀ ਅਕਾਲ ਜੀ ਸਾਰੇ ਦਰਸ਼ਕਾਂ ਨੂੰ। ਸੋ ਡਾਕਟਰ ਸਾਹਿਬ, ਪਹਿਲੀ ਗੱਲ ਤਾਂ ਇਹ ਹੈ ਕਿ ਇਹ ਬੜੀ ਤੁਸੀਂ ਚੰਗਾ ਕੰਮ ਕਰ ਰਹੇ ਹੋ ਕਿ ਲੋਕਾਂ ਨੂੰ ਦੁਬਾਰਾ ਤੋਂ ਜਵਾਨ ਕਰ ਰਹੇ ਹੋ, ਕਿਉਂਕਿ ਇਹ ਤਾਂ ਬੜੇ ਜ਼ਿਆਦਾ ਪੁੰਨ ਦਾ ਕੰਮ ਹੈ ਨਾ, ਨਾਲੇ ਪੁੰਨ ਨਾਲੇ ਫਲੀਆਂ ਹੈ ਨਾ, ਤੇ ਬਹੁਤ ਚੰਗੀ ਗੱਲ ਹੈ। ਔਰ ਇਹ ਸਭ ਤੋਂ ਵੱਡਾ ਦੁੱਖ ਹੁੰਦਾ ਹੈ ਜਦੋਂ ਅਸੀਂ ਉਮਰ ਤੋਂ ਪਹਿਲਾਂ ਕਈ ਵਾਰ ਸਾਡੀ ਏਜ ਜ਼ਿਆਦਾ ਦਿਖਣ ਲੱਗ ਜਾਂਦੀ ਹੈ। ਡੈਫੀਨਿਟਲੀ ਦੁੱਖ ਨਾਲੋਂ ਜ਼ਿਆਦਾ ਆਈ ਵੁੱਡ ਸੇ ਕਿ ਇਟ ਇਜ਼ ਅ ਮੈਟਰ ਆਫ ਕੌਨਫੀਡੈਂਸ। ਅੱਜ ਦੇ ਜ਼ਮਾਨੇ ਦੇ ਵਿੱਚ ਜੇ ਆਪਾਂ ਆਪਣੇ ਆਪ ਨੂੰ ਪ੍ਰੈਜ਼ੈਂਟੇਬਲ ਰੱਖ ਰਹੇ ਹਾਂ ਤਾਂ ਵੀ ਆਰ ਅਹੈਡ। ਸਰਵਾਈਵਲ ਆਫ ਦਾ ਫਿਟੈਸਟ ਦਾ ਜ਼ਮਾਨਾ ਹੈਗਾ, ਐਂਡ ਜੇ ਅਸੀਂ ਅਪ ਟੂ ਡੇਟ ਹੈਗੇ ਹਾਂ, ਵੀ ਆਰ ਇਨ ਟ੍ਰੈਂਡ ਵਿਦ ਦ ਵਰਲਡ, ਤਾਂ ਆਪਾਂ ਪੂਰਾ ਕੌਨਫੀਡੈਂਟ ਫੀਲ ਕਰਦੇ ਹਾਂ ਇਨ ਵਟ ਐਵਰ ਵੀ ਡੂ। ਐਂਡ ਸਾਡਾ ਕੰਮ ਹੈ ਕਿ ਤੁਹਾਨੂੰ ਕੌਨਫੀਡੈਂਸ ਦੇਣਾ ਐਂਡ ਤੁਹਾਡੇ ਮਨ 'ਚੋਂ ਉਹ ਡਰ ਨੂੰ ਕੱਢਣਾ ਜੋ ਕਿ ਇਹਨਾਂ ਟੈਕਨੀਕਸ ਨਾਲ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਕਲਾਇੰਟ ਦੇ ਮਨ ਦੇ ਵਿੱਚ ਬਣਿਆ ਹੁੰਦਾ। ਸੋ ਇੱਕ ਡਾਕਟਰ ਦਾ ਪਹਿਲਾ ਫਰਜ਼ ਇਹ ਹੈ ਕਿ ਆਪਣੇ ਕਲਾਇੰਟ ਨੂੰ ਰੀਅਸ਼ੋਰ ਕਰੇ ਕਿ ਹੀ ਔਰ ਸ਼ੀ ਇਜ਼ ਇਨ ਸੇਫ ਹੈਂਡਸ। ਰਾਈਟ। ਔਰ ਦਰਸ਼ਕਾਂ ਨੂੰ ਮੈਂ ਦੱਸ ਦੇਣਾ ਚਾਹੁੰਦਾ ਹੈ ਕਿ ਡਾਕਟਰ ਸਾਹਿਬ ਦੇ ਕੋਲ 17 ਸਾਲ ਦਾ ਤਜਰਬਾ ਹੈ ਔਰ ਲੇਜ਼ਰ ਟਰੀਟਮੈਂਟ ਦੇ ਵਿੱਚ ਅਗਰ ਅਸੀਂ ਗੱਲ ਕਰੀਏ, ਸੋ ਜੋ ਇਹਨਾਂ ਦੇ ਕੋਲ ਇਕਵਿਪਮੈਂਟਸ ਨੇ ਜਾਂ ਜੋ ਟੈਕਨੀਕਸ ਨੇ ਉਹ US FDA ਤੋਂ ਪ੍ਰਮਾਣਿਤ ਨੇ। ਸੋ ਉਸ ਦੇ ਬਾਰੇ ਡਾਕਟਰ ਸਾਹਿਬ ਥੋੜ੍ਹਾ ਜਿਹਾ ਸਾਡੇ ਦਰਸ਼ਕਾਂ ਨੂੰ ਪਹਿਲਾਂ ਦੱਸੋ, ਅਤੇ ਉਸ ਤੋਂ ਬਾਅਦ ਅਸੀਂ ਟਰੀਟਮੈਂਟ ਔਰ ਖਾਸ ਤੌਰ ਦੇ ਉੱਤੇ ਜਿੱਦਾਂ ਦੇ ਚੈਲੰਜਸ ਹੁੰਦੇ ਨੇ ਉਸ ਦੇ ਬਾਰੇ ਗੱਲ ਕਰਾਂਗੇ। ਸਭ ਤੋਂ ਪਹਿਲੇ ਮੇਰਾ ਜਿਹੜਾ ਬੇਸ ਹੈਗਾ, ਆਈ ਸਟਾਰਟਡ ਮਾਈ ਕਰੀਅਰ ਵਿਦ ਲੇਜ਼ਰਸ। ਓਕੇ। ਲੇਜ਼ਰ ਇੱਕ ਲਾਈਟ ਬੇਸਡ ਟੈਕਨੋਲੋਜੀ ਹੈ ਜਿਹਦੇ ਨਾਲ ਕਿ ਥੋੜ੍ਹਾ ਜਿਹਾ ਕਈਆਂ ਦੇ ਮਨ ਦੇ ਵਿੱਚ ਇੱਕ ਡਰ ਤੇ ਹਊਆ ਜੁੜਿਆ ਹੁੰਦਾ ਸੀ, ਜਿਹਨੂੰ ਕਿ ਅਸੀਂ 99% ਕੱਢ ਚੁੱਕੇ ਹਾਂ। ਸੋ ਜਿਹੜਾ 1% ਹੈ ਉਹ ਆਪਾਂ ਅੱਜ ਕੱਢ ਦੇਣਾ ਹੈਗਾ ਇਸ ਐਪੀਸੋਡ ਦੇ ਵਿੱਚ। ਸੋ ਲੇਜ਼ਰ ਇਜ਼ ਅ ਵੈਰੀ ਸੇਫ ਟੈਕਨੋਲੋਜੀ। ਇਸ ਦੇ ਵਿੱਚ ਕੋਈ ਰੇਡੀਏਸ਼ਨ ਨਹੀਂ ਹੈ, ਇਟ ਇਜ਼ ਪਿਓਰਲੀ ਲਾਈਟ ਬੇਸਡ ਟੈਕਨੋਲੋਜੀ। ਓਕੇ। ਜਦੋਂ ਵੀ ਕੋਈ ਲੇਜ਼ਰ ਚੂਜ਼ ਕਰੀਏ ਆਪਾਂ, ਵੀ ਹੈਵ ਟੂ ਸੀ ਕਿ ਉਹਦੀ ਬ੍ਰਾਂਡਿੰਗ ਕੀ ਹੈ। ਆਪਣੇ ਕੋਲ ਇੱਕ ਸਸਤੀ ਤੇ ਮਾੜੀ ਲੇਜ਼ਰ ਵੀ ਹੁੰਦੀ ਹੈ ਜਿਹਦੇ ਕੋਲ ਕੋਈ ਅਪਰੂਵਲ ਨਹੀਂ ਹੈ, ਬਟ ਆਪਣੇ ਕੋਲ ਬੈਸਟ US FDA ਅਪਰੂਵਡ ਲੇਜ਼ਰਸ ਵੀ ਨੇ ਜੋ ਕਿ ਪ੍ਰਮਾਣਿਤ ਨੇ ਇੱਕ ਸਪੈਸੀਫਿਕ ਇੰਡੀਕੇਸ਼ਨ ਦੇ ਲਈ। ਜਿੱਦਾਂ ਛਾਈਆਂ ਦੇ ਲਈ ਅਲੱਗ ਲੇਜ਼ਰ ਹੈ, ਟੈਟੂ ਰਿਮੂਵਲ ਦੇ ਲਈ ਅਲੱਗ ਲੇਜ਼ਰ ਹੈ, ਅਣਚਾਹੇ ਵਾਲਾਂ ਨੂੰ ਹਟਾਉਣ ਦੇ ਲਈ, ਹਰ ਟੈਕਨੀਕ ਹਰ ਪ੍ਰੋਬਲਮ ਦੇ ਲਈ ਇੱਕ ਅਲੱਗ ਲੇਜ਼ਰ ਬਣੀ ਹੈ। ਐਂਡ ਇੰਨੀ ਵੈਰਾਈਟੀ ਆਫ ਲੇਜ਼ਰਸ ਹੈ ਕਿ ਯੋਰ ਡਾਕਟਰ ਹੈਜ਼ ਟੂ ਬੀ ਗੁੱਡ ਕਿ ਉਹ ਹਰ ਲੇਜ਼ਰ ਨੂੰ ਜਾਣਦਾ ਹੈ, ਹਰ ਲੇਜ਼ਰ ਦੀ ਨੌਲੇਜ ਕੈਰੀ ਕਰਦਾ ਹੈ, ਕਿਉਂਕਿ ਲੇਜ਼ਰ ਦੀ ਪੜ੍ਹਾਈ ਕਿਸੇ ਮੈਡੀਕਲ ਕਾਲਜ ਵਿੱਚ ਹੁਣ ਤਾਂ ਚਲੋ ਆਉਣ ਲੱਗ ਗਈਆਂ, ਬਟ ਐਵਰੀ ਲੇਜ਼ਰ ਹੈਜ਼ ਇਟਸ ਓਨ ਲਰਨਿੰਗ ਕਰਵ। ਸੋ ਜਿੰਨਾ ਇਹ ਐਕਸਪੀਰੀਅੰਸ ਤੁਸੀਂ ਮੇਰਾ 17 ਸਾਲਾਂ ਦਾ ਦੱਸਿਆ ਹੈ, ਇਹ ਹਰ ਲੇਜ਼ਰ ਨੇ ਸਾਨੂੰ ਆਪ ਸਿਖਾਇਆ ਹੈ ਤੇ ਅਸੀਂ ਹਰ ਲੇਜ਼ਰ ਨੂੰ ਯੂਜ਼ ਕਰਕੇ ਅੱਜ ਇੱਥੇ ਤੱਕ ਰੱਬ ਦੀ ਮਿਹਰ ਨਾਲ ਪਹੁੰਚੇ ਹਾਂ, ਤਾਂ ਅਸੀਂ ਡਿਲੀਵਰ ਕਰ ਰਹੇ ਹਾਂ। ਔਰ ਡਾਕਟਰਸ ਦੇ ਲਈ ਉਹਨਾਂ ਦੇ ਤਜਰਬੇ ਦੇ ਲਈ ਵਰਡ ਯੂਜ਼ ਹੁੰਦਾ ਹੈ ਪ੍ਰੈਕਟਿਸਿੰਗ। ਸੋ ਉਹ ਇਸੇ ਲਈ ਹੁੰਦਾ ਕਿ ਸ਼ਾਇਦ ਜਿੰਨਾ ਤੁਸੀਂ ਕਰਦੇ ਜਾਂਦੇ ਹੋ ਉਨਾ ਤਜਰਬਾ ਵੱਧਦਾ ਜਾਂਦਾ ਹੈ ਔਰ ਉਨਾ ਸਰਜਨਸ ਦੀ ਗੱਲ ਕਰੀਏ ਸੋ ਉਨਾ ਹੱਥ ਸਾਫ਼ ਹੁੰਦਾ ਜਾਂਦਾ ਹੈ। ਇਹ ਤਾਂ ਡੈਫੀਨੇਟਲੀ ਫਰਕ ਹੁੰਦਾ ਡਾਕਟਰ ਸਾਹਿਬ। ਜਿਹੜੇ ਸਰਜਨਸ ਨਵੇਂ ਨੇ ਉਹਨਾਂ ਨੇ ਹਜੇ ਕੁਝ ਸਰਜਰੀਜ਼ ਕੀਤੀਆਂ ਨੇ, ਜਿਹੜੇ ਪੁਰਾਣੇ ਹੋ ਗਏ ਉਹਨਾਂ ਨੇ ਕਿੰਨੀਆਂ ਸਾਰੀਆਂ ਕੀਤੀਆਂ। ਸੋ ਉਸ ਦੇ ਹਿਸਾਬ ਨਾਲ ਹੱਥ ਬੈਠਣਾ
ਇੱਕ ਆਮ ਭਾਸ਼ਾ ਦੇ ਵਿੱਚ ਗੱਲ ਕਰੀਏ Definitely ਅਸੀਂ, ਸੋ important ਜਾਂਚ ਹੈ। ਆਉਣਾ ਉਹ ਇੱਕ ਵੱਡੀ ਹੱਥ ਇੰਪੋਰਟੈਂਸ ਬੈਠਣਾ ਇੰਪੋਰਟੈਂਟ ਹੈ, ਬਟ ਲੇਜ਼ਰ ਦੇ ਵਿੱਚ ਇਟ ਇਜ਼ ਮੋਰ ਅਬਾਊਟ ਬੀਇੰਗ ਅਪ ਟੂ ਡੇਟ। ਰਾਈਟ। ਜਿਹੜੀ ਲੇਟੈਸਟ ਆ ਰਹੀ ਹੈ ਸਾਡੀ ਬ੍ਰਾਂਚ ਕਾਸਮੈਟੋਲੋਜੀ ਦੀ, ਹਰ ਦਿਨ ਇੱਕ ਨਵਾਂ ਸੂਰਜ ਚੜ੍ਹਦਾ ਹੈਗਾ। ਜੀ। ਐਂਡ ਲੇਜ਼ਰਸ ਵੀ ਲੇਟੈਸਟ ਤੋਂ ਲੇਟੈਸਟ ਅਪ ਟੂ ਡੇਟ ਰੱਖਣੀਆਂ ਐਂਡ ਲੈ ਕੇ ਆਉਣੀਆਂ ਬਹੁਤ ਜ਼ਰੂਰੀ ਨੇ। ਤੇ ਅਸੀਂ ਸਭ ਤੋਂ ਪਹਿਲਾਂ ਐਂਟੀ ਏਜਿੰਗ ਦੀ ਅਗਰ ਅਸੀਂ ਗੱਲ ਕਰੀਏ, ਸੋ ਸਭ ਤੋਂ ਪਹਿਲਾਂ ਸਾਡੇ ਫੇਸ ਦੇ ਉੱਤੇ ਰਿਫਲੈਕਟ ਹੋਣੀ ਜਿਹੜੀ ਹੈ ਉਹ ਸ਼ੁਰੂ ਹੋ ਜਾਂਦੀ ਹੈ। ਅਗਰ ਮੈਂ ਕੁਝ ਪੁਆਇੰਟਸ ਜਿਹੜੇ ਮੈਂ ਆਪਣੇ ਕੋਲੇ ਨੋਟ ਡਾਊਨ ਕੀਤੇ ਸੀਗੇ, ਉਹਦੇ ਵਿੱਚੋਂ ਹੈ ਕਿ ਫੇਸ ਦੇ ਉੱਤੇ ਜਿਹੜਾ ਏਜ ਇਫੈਕਟ ਦਿਖਣਾ ਸ਼ੁਰੂ ਹੁੰਦਾ ਹੈ, ਉਸ ਨੂੰ ਤੁਸੀਂ ਕਿਸ ਤਰੀਕੇ ਦੇ ਨਾਲ ਡਿਸਕ੍ਰਾਈਬ ਕਰੋਗੇ, ਜਾਂ ਉਸ ਦੇ ਲਈ ਕੀ ਪ੍ਰੋਪਰ ਟਰੀਟਮੈਂਟ ਜਿਹੜਾ ਤੁਹਾਡੇ ਵੱਲੋਂ ਸੁਜੈਸਟ ਕੀਤਾ ਜਾਂਦਾ? ਦੇਖੋ, ਸਭ ਤੋਂ ਪਹਿਲੇ ਜਿਹੜੀ ਚੀਜ਼ ਸਾਹਮਣੇ ਵਾਲਾ ਨੋਟਿਸ ਕਰਦਾ ਹੈ ਦੈਟ ਇਜ਼ ਰਿੰਕਲਸ, ਰਾਈਟ। ਰਿੰਕਲਸ ਦੋ ਟਾਈਪ ਦੇ ਹੁੰਦੇ ਨੇ, ਇੱਕ ਸਟੈਟਿਕ ਤੇ ਇੱਕ ਡਾਇਨਾਮਿਕ। ਡਾਇਨਾਮਿਕ ਨੇ ਜਿਵੇਂ ਕਿ ਸਪੋਜ਼ ਜੇ ਮੈਂ ਜ਼ਿੰਦਗੀ ਦੇ ਵਿੱਚ ਆਪਣੀ ਜ਼ਿੰਦਗੀ ਬਹੁਤ ਹਾਸੇ ਖੇਡਿਆਂ ਨਾਲ ਬਿਤਾਈ ਹੈ, ਤਾਂ ਮੇਰੇ ਕ੍ਰੋਜ਼ ਫੀਟ ਪੈਣਗੇ ਜਿਹੜੇ ਕਿ ਹੱਸਣ ਤੇ ਇੱਥੇ ਪੈਣਗੇ। ਸੋ ਦੈਟ ਮੀਨਸ ਕਿ ਮੈਂ ਇੱਕ ਬਹੁਤ ਹਸਮੁਖ ਬੰਦਾ, ਬਟ ਹਸਮੁਖ ਹੋਣ ਦੇ ਨਾਤੇ ਮੈਨੂੰ ਰਿੰਕਲਸ ਤਾਂ ਨਹੀਂ ਚਾਹੀਦੇ, ਰਾਈਟ। ਸੋ ਕ੍ਰੋਜ਼ ਫੀਟ ਇਜ਼ ਅ ਡਾਇਨਾਮਿਕ ਕਾਈਂਡ ਆਫ ਅ ਰਿੰਕਲ, ਜੋ ਕਿ ਬੋਟੌਕਸ ਜਾਂ ਹਾਈਫੂ ਦੇ ਨਾਲ ਬਹੁਤ ਅੱਛਾ ਰਿਸਪੌਂਡ ਕਰਦਾ ਹੈਗਾ। ਆਪਾਂ ਕੋਈ ਵਹਿਮ ਨਹੀਂ ਰੱਖਣਾ ਕਿ ਬੋਟੌਕਸ ਰਿਪੀਟ ਕਰਾਉਣਾ ਪੈਂਦਾ ਹੈਗਾ। ਬੋਟੌਕਸ ਇੱਕ ਅੱਛੇ ਸਰਜਨ ਦੇ ਹੱਥ ਦੇ ਵਿੱਚ ਇੱਕ ਬਹੁਤ ਵੰਡਰਫੁਲ ਟੈਕਨੋਲੋਜੀ ਹੈ, ਰਾਈਟ, ਕਿਉਂਕਿ ਉਹਨੇ ਤੁਹਾਡੇ ਡਾਇਨਾਮਿਕ ਰਿੰਕਲ ਨੂੰ ਰਿਲੈਕਸ ਕਰ ਦੇਣਾ ਹੈ ਐਂਡ ਤੁਹਾਡੀ ਏਜਿੰਗ ਇੱਕ ਤਰ੍ਹਾਂ ਦੀ ਉੱਥੇ ਹੀ ਸਟਾਪ ਹੋ ਜਾਣੀ। ਸੋ ਇਟ ਇਜ਼ ਅ ਵੈਰੀ ਵੰਡਰਫੁਲ ਟੈਕਨੀਕ ਜਿਹਨੂੰ ਕੋਈ ਮੇਨਟੇਨੈਂਸ ਨਹੀਂ ਚਾਹੀਦੀ। ਅੱਛਾ, ਉਹ ਬਾਅਦ ਦੇ ਵਿੱਚ ਨਹੀਂ ਹੋਏਗਾ? ਫਿਰ ਹੋਏਗਾ, ਬਟ ਜਦੋਂ ਉਹ ਆਏਗਾ 8 ਤੋਂ 10 ਮਹੀਨਿਆਂ ਦੇ ਬਾਅਦ ਵਾਪਸ, ਆਟੋਮੈਟਿਕਲੀ ਇੱਕ ਤਾਂ 8 ਤੋਂ 10 ਮਹੀਨਿਆਂ ਲਈ ਤੁਹਾਡੀ ਏਜ ਉੱਥੇ ਹੀ ਰੁਕ ਗਈ, ਕਿਉਂਕਿ ਤੁਹਾਡਾ ਉਹ ਮਸਲ ਫਰੀਜ਼ ਕਰਤਾ ਅਸੀਂ। ਐਂਡ ਜਦੋਂ ਵਾਪਸ ਵੀ ਆਏਗਾ ਤਾਂ ਉਹ 10 ਮੰਥ ਦਾ ਤੁਹਾਡੇ ਕੋਲ ਐਡਵਾਂਟੇਜ ਹੈ, ਬਿਕੋਜ਼ ਉਹ ਰੈਸਟ ਕੀਤਾ ਉਸ ਮਸਲ ਨੇ, ਰਾਈਟ। ਤਾਂ ਆਟੋਮੈਟਿਕਲੀ ਉਹਦਾ ਜਿਹੜਾ ਰਿੰਕਲਿੰਗ ਹੈ ਉਹ ਘਟ ਕੇ ਆਏਗੀ। ਓਕੇ। ਸੋ ਉਹਨੂੰ ਫਿਰ ਜਦੋਂ ਸਪਲੀਮੈਂਟ ਕਰਾਂਗੇ ਫਿਰ ਉਹਦੀ ਬੋਟੌਕਸ ਦੀ ਲਾਈਫ ਵੀ ਹੋਰ ਇਨਕਰੀਜ਼ ਹੋ ਜਾਏਗੀ। ਸੋ ਬੋਟੌਕਸ ਇਜ਼ ਬੈਸਟ ਫॉर ਵਨ ਅਪਰ ਥਰਡ ਆਫ ਦੀ ਫੇਸ, ਫੋਰਹੈਡ, ਕ੍ਰੋਜ਼ ਫੀਟ, ਐਂਡ ਜਿਹੜੇ ਬੰਦੇ ਗੁੱਸਾ ਜ਼ਿਆਦਾ ਕਰਦੇ ਨੇ ਉਹਨਾਂ ਦੇ ਇੱਥੇ ਤਿਉੜੀਆਂ ਪੈਂਦੀਆਂ। ਸੋ ਇਸ ਏਰੀਏ ਲਈ ਸਭ ਤੋਂ ਸੇਫ ਟੈਕਨੋਲੋਜੀ ਇਜ਼ ਬੋਟੌਕਸ, ਰਾਈਟ। ਸੋ ਇਹ ਇੱਕ ਸਭ ਤੋਂ ਪਹਿਲਾ ਏਰੀਆ ਹੈ। ਉਸ ਤੋਂ ਬਾਅਦ ਅਸੀਂ ਅਗਰ ਗੱਲ ਕਰੀਏ, ਸੋ ਅਪਰ ਫੇਸ ਦੀ ਹੀ ਅਗਰ ਅਸੀਂ ਗੱਲ ਕਰ ਰਹੇ ਹਾਂ, ਸੋ ਅੰਡਰ ਆਈ ਜਿਹੜਾ ਡਾਰਕ ਸਰਕਲਸ ਆ ਜਾਂਦੇ ਨੇ, ਸੋ ਇਸ ਦਾ ਕੀ? ਸੋ ਅੰਡਰ ਆਈ ਡਾਰਕ ਸਰਕਲਸ ਜੋ ਅੱਜ ਕੱਲ੍ਹ ਮੈਂ ਦੇਖ ਰਿਹਾ, ਇਟ ਇਜ਼ ਵੈਰੀ ਕਾਮਨ ਰਾਦਰ ਇਨ ਅ ਵੈਰੀ ਯੰਗਰ ਏਜ ਗਰੁੱਪ। ਅੱਜ ਕੱਲ੍ਹ ਮੇ ਬੀ ਲੜਕੀਆਂ ਸਟ੍ਰੈਸ ਜ਼ਿਆਦਾ ਲੈਂਦੀਆਂ। ਜਿਹੜਾ ਸਭ ਤੋਂ ਜ਼ਿਆਦਾ ਅਸੀਂ ਅੰਡਰ ਆਈ ਟਰੀਟਮੈਂਟ ਕਰ ਰਹੇ ਹਾਂ ਦੈਟ ਇਜ਼ ਵਿਦ ਅੰਡਰ ਆਈ ਫਿਲਰ। ਉਹਦਾ ਮਤਲਬ ਕੀ ਹੈ? ਅੰਡਰ ਆਈ ਜਦੋਂ ਤੁਹਾਡੇ ਇੱਥੇ ਇੱਕ ਖੱਡਾ ਬਣ ਜਾਂਦਾ ਜਿਹਨੂੰ ਕਿ ਅਸੀਂ ਟੀਅਰ ਟਰੌਫ ਬੋਲਦੇ ਹਾਂ, ਜਦੋਂ ਤੱਕ ਆਪਾਂ ਉਹਨੂੰ ਪ੍ਰੋਪਰਲੀ ਫਿਲ ਨਹੀਂ ਕਰਾਂਗੇ ਇੱਕ ਫਿਲਰ ਦੇ ਨਾਲ, ਉਦੋਂ ਤੱਕ ਉਹ ਸ਼ੈਡੋ ਇਫੈਕਟ ਨਹੀਂ ਜਾਏਗਾ। ਐਂਡ ਵੀ ਆਰ ਮਿਸਟੇਕਨ, ਅੰਡਰ ਆਈ ਸੀਰਮਸ ਲਗਾ ਰਹੇ ਹਾਂ, ਕਰੀਮਸ ਲਗਾ ਰਹੇ ਹਾਂ ਵਿਦ ਨੋ ਰਿਜ਼ਲਟ। ਸੋ ਅੰਡਰ ਆਈ ਫਿਲਰ ਇਜ਼ ਅ ਵੰਡਰਫੁਲ ਟੈਕਨੀਕ। ਇਟ ਇਜ਼ ਲਾਈਕ ਕਿ ਜਦੋਂ ਲੜਕੀਆਂ ਆ ਕੇ ਸਾਡੇ ਤੋਂ ਕਰਾਉਂਦੀਆਂ ਬਿਫੋਰ ਮੈਰਿਜ, ਦੈਟ ਇਜ਼ ਦੀ ਬੈਸਟ ਏਜ ਗਰੁੱਪ, ਜਾਂ ਜਦੋਂ ਉਹਨਾਂ ਨੂੰ ਕੌਨਸ਼ੀਅਸ ਹੁੰਦੇ ਨੇ। ਐਂਡ ਆਈ ਹੈਵ ਟੈਸਟੀਮੋਨੀਅਲਸ ਔਨ ਮਾਈ ਇੰਸਟਾ ਪੇਜ ਕਿ ਡਾਕਟਰ ਸਾਹਿਬ ਤੁਸੀਂ ਮੇਰੀ ਜ਼ਿੰਦਗੀ ਚੇਂਜ ਕਰਤੀ। ਐਂਡ ਉਸ ਦੀ ਲਾਈਫ, ਉਸ ਟਰੀਟਮੈਂਟ ਦੀ ਲਾਈਫ ਈਅਰਸ ਦੇ ਵਿੱਚ ਹੈ। ਅੱਛਾ। ਨੋਰਮਲੀ ਅਸੀਂ ਕਹਿੰਦੇ ਹਾਂ 1 ਜਾਂ 2 ਸਾਲ ਫਿਲਰ ਲਾਸਟ ਕਰਦਾ, ਬਟ ਅੰਡਰ ਆਈ ਦੇ ਵਿੱਚ ਟੱਚਵੁੱਡ ਰਿਪੀਟੇਬਿਲਿਟੀ ਇਜ਼ ਆਲਮੋਸਟ ਲਾਈਕ ਇੱਕ ਵਾਰੀ ਜਿਹੜਾ ਕਰਾ ਗਿਆ ਖੁਸ਼ ਹੈ, ਕਿਉਂਕਿ ਉਹਨੇ ਕੋਲੇਜਨ ਬਿਲਡ ਕਰ ਦੇਣੀ ਹੈ ਉਸ ਏਰੀਆ ਦੇ ਵਿੱਚ। ਐਂਡ ਦੇ ਆਰ ਵੈਰੀ ਵੈਰੀ ਹੈਪੀ। ਐਂਡ ਸਭ ਤੋਂ ਜ਼ਿਆਦਾ ਗ੍ਰੈਟੀਫਾਈਂਗ ਤੇ ਸੈਟਿਸਫਾਈਂਗ ਜੇ ਕੋਈ ਫਿਲਰ ਹੈ ਤਾਂ ਉਹ ਅੰਡਰ ਆਈ ਏਰੀਆ। ਕੀ ਬਾਤ ਹੈ। ਸੋ ਇਸ ਤੋਂ ਇਲਾਵਾ ਵੈਸੇ ਅਸੀਂ ਇਹ ਵੀ ਦੇਖਦੇ ਹਾਂ ਕਿ ਆਫਟਰ ਪ੍ਰੈਗਨੈਂਸੀ ਫੀਮੇਲਸ ਦੇ ਵਿੱਚ ਕਾਫੀ ਜ਼ਿਆਦਾ ਇਸ ਚੀਜ਼ ਨੂੰ ਲੈ ਕੇ ਪ੍ਰੋਬਲਮ ਆਉਂਦੀ ਹੈ, ਪਿਗਮੈਂਟਸ ਵਗੈਰਾ ਦੀ, ਤੇ ਮੌਕੇ ਵੀ ਆ ਜਾਂਦੇ ਨੇ ਸਮਟਾਈਮ। ਹਾਂ, ਸਭ ਤੋਂ ਜ਼ਿਆਦਾ ਜੋ ਹੈ ਮਲਾਜ਼ਮਾ ਜਾਂ ਕਲੋਐਜ਼ਮਾ ਕਹਿ ਦਿੰਦੇ ਆ, ਪੋਸਟ ਪ੍ਰੈਗਨੈਂਸੀ ਬੋਡੀ ਦੇ ਵਿੱਚ ਹਾਰਮੋਨਲ ਚੇਂਜਸ ਆਉਂਦੀਆਂ। ਜੋ ਸਭ ਤੋਂ ਲੇਟੈਸਟ ਟਰੀਟਮੈਂਟ ਇਸ ਦੇ ਵਿੱਚ ਹੈ ਦੈਟ ਇਜ਼ ਲੇਜ਼ਰ ਟੋਨਿੰਗ, ਜੋ ਕਿ ਅਸੀਂ ਕਿਊ ਸਵਿਚ ਲੇਜ਼ਰ ਦੇ ਨਾਲ ਕਰਦੇ ਹਾਂ। ਦੈਟ ਇਜ਼ ਅ ਵੰਡਰਫੁਲ ਟੈਕਨੀਕ। ਕਿਊ ਸਵਿਚ ਲੇਜ਼ਰ ਦੇ ਨਾਲ ਅਸੀਂ ਡੀਪਿਗਮੈਂਟੇਸ਼ਨ ਕਰਦੇ ਹਾਂ, ਸਕਿਨ ਰੀਜੂਵਨੇਸ਼ਨ ਵੀ ਮਿਲਦੀ ਹੈ, ਬ੍ਰਾਈਟਨਿੰਗ ਬਹੁਤ ਅੱਛੀ ਮਿਲਦੀ ਹੈ। ਐਂਡ ਅੱਜ ਕੱਲ੍ਹ ਜੋ ਲੇਟੈਸਟ ਟ੍ਰੈਂਡ ਦੇ ਵਿੱਚ ਹੈ, ਲੇਜ਼ਰ ਟੋਨਿੰਗ ਇਜ਼ ਕੰਬਾਈਨਡ ਵਿਦ ਗਲੂਟਾਥਿਓਨ ਸਪਲੀਮੈਂਟੇਸ਼ਨ। ਗਲੂਟਾਥਿਓਨ ਇਜ਼ ਲਾਈਕ ਮਦਰ ਆਫ ਆਲ ਐਂਟੀਆਕਸੀਡੈਂਟਸ। ਓਕੇ। ਮਤਲਬ ਕਿ ਇੱਕ ਤਰ੍ਹਾਂ ਦੀ ਸੰਜੀਵਨੀ ਬੂਟੀ ਹੈ ਉਹ। ਜੀ। ਜਿਵੇਂ ਹੀ ਅੰਦਰ ਜਾਂਦੀ ਹੈ ਆਪਣੀ ਸਾਰੀ ਬਿਮਾਰੀਆਂ ਨੂੰ ਸਾਰੀ ਉਹ ਰਿਲੀਵ ਕਰ ਦਿੰਦੀ ਹੈ। ਰਾਈਟ। ਅਗਰ ਮੈਂ ਗੱਲ ਕਰਾਂ ਕਿ
ਜਿਹੜਾ ਏਜ ਇਫੈਕਟ ਹੈ ਉਸ ਦਾ ਕੰਸਰਨ ਕੀ ਜ਼ਿਆਦਾ ਫੀਮੇਲਸ ਨੂੰ ਰਹਿੰਦਾ ਹੈ ਮੇਲਸ ਦੇ ਕੰਪੈਰੀਟਿਵਲੀ? ਨਹੀਂ, ਇੱਥੇ ਮੈਂ ਤੁਹਾਨੂੰ ਕਰੈਕਟ ਕਰਨਾ ਚਾਹੁੰਦਾ। ਦੇਖੋ, ਮੇਰੇ ਕੋਲ ਬਹੁਤ ਕਲਾਇੰਟਸ US, ਕੈਨੇਡਾ, ਆਸਟ੍ਰੇਲੀਆ ਤੋਂ ਵੀ ਆਉਂਦੇ ਨੇ, ਐਂਡ ਇੱਥੇ ਪੰਜਾਬ ਦੇ ਵਿੱਚ ਆਈ ਹੈਵ 2 ਸੈਂਟਰਸ, ਬਠਿੰਡਾ ਤੇ ਚੰਡੀਗੜ੍ਹ ਜੀ। ਐਂਡ ਮਾਈਂਡ ਯੂ, ਅੱਜ ਕੱਲ੍ਹ ਦੇ ਮੁੰਡੇ ਪੂਰੇ ਵਧੀਆ ਕੌਨਸ਼ੀਅਸ ਨੇ, ਦੇ ਸਟੇ ਅਪ ਟੂ ਡੇਟ। ਐਂਡ ਮੇਰੀ ਉਹਦੇ ਵਿੱਚ ਕੀ ਰੋਲ ਹੈ ਕਿ ਬੀਇੰਗ ਅ ਮੇਲ, ਮੈਂ ਉਹਨਾਂ ਨੂੰ ਸਭ ਤੋਂ ਇੱਕ ਅੱਛੀ ਰੂਟੀਨ ਕੇਅਰ ਦੱਸਦਾ। ਲਾਈਕ ਮੁੰਡੇ ਸਨਸਕ੍ਰੀਨਸ ਤੋਂ ਭੱਜਦੇ ਨੇ, ਅਸੀਂ ਉਹਨਾਂ ਨੂੰ ਵਧੀਆ ਸਨਸਕ੍ਰੀਨ ਜਿਹੜਾ ਮੈਂ ਖੁਦ ਯੂਜ਼ ਕਰਦਾ ਉਹ ਰਿਕਮੈਂਡ ਕਰਦਾ, ਤਾਂ ਮੇਨਟੇਨੈਂਸ ਹੋ ਜਾਂਦੀ ਹੈ। ਐਂਡ ਦੇ ਕਮ ਐਂਡ ਦੇ ਆਰ ਅਮੇਜ਼ਡ ਕਿ ਵੀ ਇੰਨਾ ਵਧੀਆ ਟਰੀਟਮੈਂਟ ਜੀ ਤੁਸੀਂ ਇੱਕ ਵਾਰ 'ਚ ਹੀ ਰਿਜ਼ਲਟ ਦੇਤਾ। ਬਟ ਰਿਜ਼ਲਟ ਦੇਣ ਦੇ ਨਾਲ ਨਾਲ ਆਪਾਂ ਉਸ ਚੀਜ਼ ਨੂੰ ਲੰਬੇ ਟਾਈਮ ਲਈ ਮੇਨਟੇਨ ਕਰਨਾ ਹੈ, ਦੈਟ ਇਜ਼ ਮੋਰ ਇੰਪੋਰਟੈਂਟ। ਉਹ ਕਿੱਦਾਂ ਹੋਏਗਾ? ਕਾਉਂਸਲਿੰਗ ਦੇ ਨਾਲ। ਜੇ ਤੁਸੀਂ ਆਏ, ਮੈਂ ਤੁਹਾਨੂੰ ਇੱਕ ਫੇਸ਼ੀਅਲ ਮੇਕਓਵਰ ਦੇਤਾ, ਬਟ ਜੇ ਮੈਂ ਤੁਹਾਨੂੰ ਐਜੂਕੇਟ ਨਹੀਂ ਕੀਤਾ ਕਿ ਉਹਨੂੰ ਆਪਾਂ ਹਮੇਸ਼ਾ ਲਈ ਜਾਂ ਲੰਬੇ ਸਮੇਂ ਲਈ ਕਿਸ ਤਰ੍ਹਾਂ ਮੇਨਟੇਨ ਕਰਨਾ ਹੈ, ਦੈਨ ਇਟਸ ਮਾਈ ਡੈਫੀਸ਼ੀਐਂਸੀ। ਸੋ ਅਸੀਂ ਉਸ ਮਾਮਲੇ 'ਚ ਬਹੁਤ ਪੱਕੇ ਹਾਂ। ਜਿਹੜਾ ਵੀ ਟਰੀਟਮੈਂਟ ਸਾਡੇ ਤੋਂ ਕਰਾਉਂਦਾ ਹੈ, ਉਹਨੂੰ ਇੱਕ ਬੇਸਿਕ ਜਿਹੜੀ ਸਕਿਨ ਦੀ ਰੂਟੀਨ ਹੈ, ਇੱਕ ਰਜੀਮ ਹੈ, ਉਹ ਮੈਂ ਖੁਦ ਕਾਉਂਸਲ ਕਰਕੇ ਦੇ ਕੇ ਤੋਰਦਾ, ਤਾਂ ਕਿ ਅਗਲਾ ਸਾਨੂੰ ਦੁਆਵਾਂ ਦਿੰਦਾ ਜਾਏ। ਐਂਡ ਦਿਸ ਇਜ਼ TS ਨਾਗਪਾਲ। ਸੋ ਜੋ ਸਿਰਫ ਇੱਕ ਡਾਕਟਰ ਦੀ ਤਰ੍ਹਾਂ ਸਿਰਫ ਟਰੀਟਮੈਂਟ ਨਹੀਂ ਕਰਦੇ, ਤੁਹਾਡੇ ਸਗੋਂ ਫਰੈਂਡ ਬਣ ਕੇ ਤੁਹਾਡੇ ਨਾਲ ਖੜੇ ਨੇ, ਔਰ ਇਹ ਬਹੁਤ ਅੱਛੀ ਗੱਲ ਹੁੰਦੀ ਹੈ। ਮੈਂ ਇਹ ਚੀਜ਼ ਦੇਖਦਾ ਕਿ ਭਾਵੇਂ ਕਿਸੇ ਵੀ ਚੀਜ਼ ਦੇ ਕੋਈ ਡਾਕਟਰ ਨੇ, ਸਰਜਨ ਨੇ, ਜਦੋਂ ਇੱਕ ਉਹ ਦੋਸਤਾਨਾ ਮਾਹੌਲ ਬਣਾਉਂਦੇ ਨੇ ਆਪਣੇ ਪੇਸ਼ੈਂਟ ਦੇ ਨਾਲ, ਤਾਂ ਕਿਤੇ ਨਾ ਕਿਤੇ ਇੱਕ ਇੱਦਾਂ ਦਾ ਕੌਨਫੀਡੈਂਸ ਬਿਲਡ ਹੋ ਜਾਂਦਾ ਹੈ ਇੱਕ ਸਾਹਮਣੇ ਪਰਸਨ ਦੇ ਵਿੱਚ, ਕਿ ਉਹ ਅੱਧਾ ਤੇ ਪਹਿਲੇ ਹੀ ਠੀਕ ਹੋਣਾ ਸ਼ੁਰੂ ਹੋ ਜਾਂਦਾ ਹੈ। ਸੋ ਇੱਕ ਕੌਨਫੀਡੈਂਸ ਮਿਲ ਜਾਂਦਾ ਹੈ, ਜਿਹੜੀ ਤੁਸੀਂ ਸਟਾਰਟਿੰਗ 'ਚ ਗੱਲ ਕੀਤੀ। ਐਂਡ ਇਟਸ ਆਲ ਅਬਾਊਟ ਕੌਨਫੀਡੈਂਸ। ਸੋ ਸਪੈਸ਼ਲੀ ਲੁੱਕਸ ਦੀ ਅਗਰ ਅਸੀਂ ਗੱਲ ਕਰੀਏ, ਸੋ ਡੈਫੀਨੇਟਲੀ ਕੌਨਫੀਡੈਂਸ ਬਿਲਡ ਕਰਦੀਆਂ ਨੇ। ਔਰ ਮੈਂ ਇਸ ਲਈ ਗੱਲ ਕੀਤੀ ਕਿ ਸਿਰਫ ਫੀਮੇਲਸ ਲਈ ਨਹੀਂ, ਇਹ ਮੇਲਸ ਲਈ ਵੀ ਹੁਣ ਬਹੁਤ ਜ਼ਰੂਰੀ ਹੋ ਗਿਆ, ਕਿਉਂਕਿ ਅੱਜ ਕੱਲ੍ਹ ਫੋਨ ਦੇ ਉੱਤੇ ਪਿਕਚਰਸ ਵੀ ਲੈਣੀਆਂ ਹੁੰਦੀਆਂ ਨੇ, ਰੀਲਸ ਵੀ ਪਾਉਣੀਆਂ ਹੁੰਦੀਆਂ ਨੇ। ਸੋ ਹਰ ਕੋਈ ਚਾਹੁੰਦਾ ਹੈ ਕਿ ਚੰਗਾ ਦਿਖੇ, ਔਰ ਇਹ ਬਹੁਤ ਜ਼ਰੂਰੀ ਵੀ ਹੈ। ਔਰ ਸਾਡੀ ਲਾਈਫ ਜਿਹੜੀ ਹੈ ਉਸੇ ਤਰੀਕੇ ਨਾਲ ਸੋਹਣੀ ਰਹਿ ਸਕਦੀ ਹੈ ਜੇ ਅਸੀਂ ਆਪਣੇ ਸੋਹਣੇਪਨ ਦਾ ਖਿਆਲ ਰੱਖੀਏ। ਸੋ ਜਦੋਂ ਹੁਣ ਭਰਾਵਾਂ ਦੀ ਗੱਲ ਹੋ ਹੀ ਰਹੀ ਹੈ, ਸੋ ਸਭ ਤੋਂ ਬੜਾ ਚੈਲੰਜ ਜਿਹੜਾ ਹੈਗਾ ਉਹ ਮੇਲਸ ਦੇ ਲਈ ਆਉਂਦਾ ਹੇਅਰ ਲੋਸ ਦਾ। ਕਰੈਕਟ। ਸੋ ਹਾਲਾਂਕਿ ਅਨਵਾਂਟਡ ਹੇਅਰਸ ਦੀ ਵੀ ਅਸੀਂ ਗੱਲ ਕਰਨਾ ਚਾਹੁੰਦੇ ਹਾਂ, ਪਰ ਹੇਅਰ ਲੋਸ ਦੀ ਅਗਰ ਮੈਂ ਗੱਲ ਕਰਾਂ, ਸੋ ਇੱਕ ਤੇ ਏਜ ਦੇ ਨਾਲ ਹੀ ਇਫੈਕਟ ਆਉਣਾ ਹੈ। ਫੀਮੇਲਸ ਦੇ ਵਿੱਚ ਹੇਅਰ ਲੋਸ ਦੀ ਇੰਨੀ ਪ੍ਰੋਬਲਮ ਨਹੀਂ ਹੁੰਦੀ, ਮੇਲਸ ਦੇ ਵਿੱਚ ਜ਼ਿਆਦਾ ਹੁੰਦੀ ਹੈ। ਸੋ ਜਿਹੜਾ ਏਜ ਦੇ ਨਾਲ ਇਫੈਕਟ ਆਉਂਦਾ ਹੈ ਹੇਅਰ ਲੋਸ ਦਾ, ਉਹ ਕਿਵੇਂ ਟਰੀਟ ਹੁੰਦਾ ਹੈ, ਜਾਂ ਇਸ ਤੋਂ ਇਲਾਵਾ ਹੋਰ ਕਿਹੜੀ ਪ੍ਰੋਬਲਮਸ ਜਿਹੜੀਆਂ ਨੇ ਡਿਜ਼ੀਜ਼ ਕਹਿਲਾਉਂਦੀਆਂ ਨੇ? ਦੇਖੋ, ਇੱਥੇ ਮੈਂ ਥੋੜਾ ਜਿਹਾ ਤੁਹਾਨੂੰ ਕਰੈਕਟ ਕਰਨਾ ਚਾਹੂੰਗਾ ਕਿ ਮੇਲਸ ਦੇ ਵਿੱਚ ਤਾਂ ਹਾਰਮੋਨਲ ਲਾਸ ਹੈ, ਜਿਹਨੂੰ ਆਪਾਂ ਐਂਡਰੋਜੈਨੇਟਿਕ ਐਲੋਪੇਸ਼ੀਆ ਕਹਿ ਦਿੰਦੇ ਹਾਂ। ਫੀਮੇਲਸ ਦੇ ਵਿੱਚ ਡਿਫਿਊਜ਼ ਪੈਟਰਨ ਹੇਅਰ ਲਾਸ ਹੁੰਦਾ ਹੈ। ਐਂਡ ਰੀਸੈਂਟਲੀ ਜੋ ਅਸੀਂ ਨੋਟਿਸ ਕੀਤਾ ਹੈ, ਫੀਮੇਲਸ ਦੇ ਵਿੱਚ ਜਿਹੜਾ ਹੇਅਰ ਲਾਸ ਹੈ ਦੈਟ ਇਜ਼ ਬਿਕਮਿੰਗ ਕਾਮਨਰ, ਕਿਉਂਕਿ ਮੇਲਸ ਦੇ ਵਿੱਚ ਤਾਂ ਐਂਡਰੋਜੈਨੇਟਿਕ ਸ਼ੁਰੂ ਤੋਂ ਹੀ ਸੀਗਾ, ਹਾਰਮੋਨਲ ਸੈਟਅਪ ਹੀ ਮੇਲ ਦਾ ਉਸ ਤਰ੍ਹਾਂ ਦਾ। ਬਟ ਜਿਹੜਾ ਡਾਈਟ ਰਿਲੇਟਡ ਹੈ ਜਾਂ ਇਮਿਊਨ ਡੈਫੀਸ਼ੀਐਂਸੀ ਰਿਲੇਟਡ ਹੇਅਰ ਲਾਸ ਹੈ, ਉਹ ਫੀਮੇਲਸ ਦੇ ਵਿੱਚ ਜ਼ਿਆਦਾ ਦੇਖਣ ਨੂੰ ਮਿਲ ਰਿਹਾ ਸਾਨੂੰ। ਐਂਡ ਇਹਦੇ ਲਈ ਜੋ ਅਸੀਂ ਨੋਟ ਕਰ ਰਹੇ ਹਾਂ, ਇਮਿਊਨਿਟੀ ਇੱਕ ਬੇਸਿਕ ਫੈਕਟਰ ਹੈ ਜੋ ਆਪਣੇ ਸਾਰਿਆਂ ਦੇ ਵਿੱਚ ਡਿਰੇਂਜ ਹੋ ਰਹੀ ਹੈ। ਇਮਿਊਨਿਟੀ ਡਿਰੇਂਜ ਹੋਣ ਦੇ ਕਾਰਨ ਵਾਇਰਲ ਡਿਜ਼ੀਜ਼ਸ ਵੱਧ ਰਹੇ ਨੇ। ਜਿੰਨੀਆਂ ਵੀ ਇਮਿਊਨ ਰਿਲੇਟਡ ਡਿਸਆਰਡਰਸ ਨੇ, ਆਟੋ ਇਮਿਊਨ ਡਿਸਆਰਡਰਸ, ਜਿੱਦਾਂ ਕਿ ਐਲੋਪੇਸ਼ੀਆ ਏਰੀਆਟਾ ਇੱਕ ਹੈ, ਜੋ ਕਿ ਪਹਿਲੇ ਬਹੁਤ ਘੱਟ ਹੁੰਦਾ ਸੀ, ਰੇਅਰ ਹੁੰਦਾ ਸੀ, ਹੁਣ ਇਟ ਹੈਜ਼ ਬਿਕਮ ਵੈਰੀ ਕਾਮਨ। ਸੋ ਆਪਾਂ ਇਹਦੇ ਲਈ ਇੱਕ ਜੋ ਲੇਟੈਸਟ ਟਰੀਟਮੈਂਟ ਅਸੀਂ ਲਾਂਚ ਕੀਤਾ ਹੈ ਦੈਟ ਇਜ਼ GFC, ਓਕੇ, ਗਰੋਥ ਫੈਕਟਰ ਕਨਸੈਂਟਰੇਟ। PRP ਬਾਰੇ ਸਾਰਿਆਂ ਨੇ ਸੁਣਿਆ ਹੋਇਆ, ਬਟ ਪੰਜਾਬ ਦੇ ਵਿੱਚ ਸਭ ਤੋਂ ਪਹਿਲੇ ਅਸੀਂ GFC ਲਾਂਚ ਕੀਤਾ ਸੀ ਵਿਦ ਅ ਸਪੈਸ਼ਲ ਮੀਜ਼ੋ ਗਨ, ਕਿਉਂਕਿ PRP ਜਾਂ ਕਿਸੇ ਵੀ ਬਲੱਡ ਪ੍ਰੋਡਕਟ ਨੂੰ ਇੰਜੈਕਟ ਕਰਨ ਦਾ ਜਿਹੜਾ ਪ੍ਰੋਸੈਸ ਹੈ, ਉਸ ਦੇ ਵਿੱਚ ਜੇ ਸੋਹਣੇ ਬਣਾਉਣ ਦੇ ਵਿੱਚ ਜੇ ਕਿਤੇ ਵੀ ਪੇਨ ਆ ਗਈ ਤਾਂ ਉਹ ਅੱਧੀ ਚੀਜ਼ ਖਤਮ ਹੋ ਗਈ। ਕਿਉਂਕਿ ਆਪਾਂ ਸੋਹਣਾ ਵੀ ਬਣਨਾ ਚਾਹੁੰਦੇ ਹਾਂ, ਬਟ ਆਪਾਂ ਉਸ ਦੇ ਵਿੱਚ ਕੋਈ ਵੀ ਪੇਨ ਇਨਵੋਲਵਿੰਗ ਪ੍ਰੋਸੀਜਰ ਨਹੀਂ ਚਾਹੁੰਦੇ। ਓਕੇ। ਸੋ ਜਿੰਨਾ ਵੀ ਕਾਸਮੈਟੋਲੋਜੀ ਹੈ, ਪ੍ਰਾਈਮ ਫੋਕਸ ਇਜ਼ ਪੇਨਲੈਸ। ਓਕੇ। ਪੇਨਲੈਸ ਵੀ ਹੋਵੇ ਤੇ ਰਿਜ਼ਲਟ ਵੀ ਮਿਲੇ। ਸੋ ਅਸੀਂ ਜਿੰਨੀ ਵੀ ਟੈਕਨੋਲੋਜੀ ਯੂਜ਼ ਕਰਦੇ ਹਾਂ, ਵੀ ਫੋਕਸ ਕਿ ਪੇਨ ਬਿਲਕੁਲ ਨਹੀਂ ਹੋਣੀ ਚਾਹੀਦੀ ਕਲਾਇੰਟ ਨੂੰ, ਐਂਡ ਰਿਜ਼ਲਟਸ ਸ਼ੁੱਡ ਬੀ ਵੈਰੀ ਇਫੈਕਟਿਵ। ਐਂਡ GFC ਵੀ ਅਸੀਂ ਸਪੈਸ਼ਲ ਮੀਜ਼ੋ ਗਨ ਮੇਰੇ ਕੋਲ ਜਰਮਨ ਹੈਗੀ ਹੈ, ਉਹਦੇ ਨਾਲ ਕਰਦੇ ਹਾਂ, ਵਿਚ ਮੇਕਸ ਇਟ ਵੈਰੀ ਇਫੈਕਟਿਵ ਐਂਡ ਪੇਨਲੈਸ। ਓਕੇ। ਸੋ ਹੁੰਦਾ ਕੀ ਹੈ, ਲਾਈਕ ਟਰੀਟਮੈਂਟ ਦਾ ਪੂਰਾ ਪ੍ਰੋਸੀਜਰ ਕੀ ਹੁੰਦਾ, ਔਰ ਕਿਵੇਂ ਹੇਅਰ ਗਰੋਥ ਹੁੰਦੀ ਹੈ ਜਾਂ ਇੰਪਲਾਂਟਸ ਹੁੰਦਾ, ਕੀ ਹੁੰਦਾ? ਦੇਖੋ, ਇਹਦੇ ਵਿੱਚ ਹੇਅਰ ਟ੍ਰਾਂਸਪਲਾਂਟੇਸ਼ਨ ਇਜ਼ ਦੀ ਲਾਸਟ ਰਿਜ਼ੋਰਟ। ਓਕੇ। ਕਿਸੇ ਵੀ ਪ੍ਰੋਸੀਜਰ 'ਚ, ਚਾਹੇ ਮੇਲ ਹੈ ਚਾਹੇ ਉਹ ਫੀਮੇਲ ਹੈ ਜੀ, ਕਿਉਂਕਿ ਉਹ ਇੱਕ ਬ੍ਰਹਮ ਅਸਤਰ ਹੈ ਜੋ ਅਸੀਂ ਐਂਡ ਲਈ ਬਚਾ ਕੇ ਰੱਖਦੇ ਹਾਂ। ਜੀ। ਉਸ ਤੋਂ ਪਹਿਲੇ ਅਸੀਂ ਟਰਾਈ ਕਰਨਾ ਹੈ ਕਿ ਜਿਹੜੀ
ਨਿਊਟ੍ਰੀਸ਼ਨ ਹੈ ਜਾਂ ਜਿਹੜੀ ਬਾਇਓ ਸਰਕੂਲੇਸ਼ਨ ਹੈਗੀ ਹੈ ਤੁਹਾਡੀ ਰੂਟ ਦੀ ਉਹ ਐਡਿਕੁਏਟ ਹੋਏ। ਤੇ ਜੇ ਇੱਕ ਜੜ ਹੀ ਕਮਜ਼ੋਰ ਹੈ ਤਾਂ ਫਿਰ ਅਸੀਂ ਟ੍ਰਾਂਸਪਲਾਂਟ ਕਰਕੇ ਵੀ ਉਹ ਰਿਜ਼ਲਟ ਨਹੀਂ ਅਚੀਵ ਕਰ ਪਾਵਾਂਗੇ। ਸੋ ਇਹ ਚੀਜ਼ਾਂ ਜਿਹੜੀਆਂ ਨੇ GFCs PRPs ਜਾਂ ਲੇਜ਼ਰ ਥੈਰੇਪੀਜ਼ ਰੂਟਸ ਨੂੰ ਸਟਰੋਂਗ ਕਰਦੀਆਂ ਨੇ। ਅੱਛਾ। ਐਂਡ ਇਹਦੇ ਵਿੱਚ ਅਸੀਂ ਬੇਸਿਕਲੀ ਕਲਾਇੰਟ ਦਾ ਬਲੱਡ ਲੈਂਦੇ ਹਾਂ। ਉਹਦੇ ਲਈ ਸਪੈਸ਼ਲ ਸਾਡੇ ਕੋਲ GFC ਕਿਟਸ ਆਉਂਦੀਆਂ ਲੈਬ ਦੇ ਵਿੱਚ। ਉਹਦੇ ਵਿੱਚੋਂ ਅਸੀਂ ਡਿਰਾਈਵ ਕਰਕੇ ਗਰੋਥ ਫੈਕਟਰ ਕਨਸੈਂਟਰੇਟ, ਜਿਹਦੇ ਵਿੱਚ ਕਿ ਬਲੱਡ ਦੇ ਜਿਹੜੇ ਪਿਓਰੈਸਟ ਗਰੋਥ ਫੈਕਟਰਸ ਨੇ ਉਹ ਅਸੀਂ ਡਿਰਾਈਵ ਕਰਕੇ, ਜੋ ਕਿ ਕਲਾਇੰਟ ਸਪੈਸੀਫਿਕ ਨੇ, ਉਸੀ ਦੇ ਗਰੋਥ ਫੈਕਟਰਸ ਨੇ, ਬਟ ਉਹ ਐਕਟ ਨਹੀਂ ਕਰ ਰਹੇ ਕਿਉਂਕਿ ਉਹ ਕੰਪੋਨੈਂਟ ਉਸ ਪਾਰਟ ਤੱਕ ਪੂਰੀ ਤਰ੍ਹਾਂ ਨਹੀਂ ਪਹੁੰਚ ਰਿਹਾ। ਆਲਰਾਈਟ। ਤੇ ਸਾਡਾ ਕੰਮ ਹੈ ਅਸੀਂ ਉਹ ਬਲੱਡ ਚੋਂ ਐਕਸਟਰੈਕਟ ਕਰਕੇ ਇੱਕ ਡਾਇਰੈਕਟਲੀ ਖੁਰਾਕ ਉਸ ਦੀ ਜੜ ਨੂੰ ਦੇਣੀ ਹੈ। ਇਹ ਹੈ ਜੋ ਟੈਕਨੀਕ ਹੈ। ਇੱਕ ਪੇਨਲੈਸ ਵੇ ਦੇ ਨਾਲ ਮਾਈਕਰੋ ਨੀਡਲਸ ਦੇ ਨਾਲ ਅਸੀਂ ਉਹ ਡਿਪੋਜ਼ਿਟ ਕਰਦੇ ਹੈਗੇ ਆ। ਤੇ ਮੇਰੇ ਖਿਆਲ ਨਾਲ ਇੱਕ ਸਿੰਪਲ ਲੈਂਗੁਏਜ ਦੇ ਵਿੱਚ ਸਾਰੇ ਦਰਸ਼ਕਾਂ ਨੂੰ ਬੜੇ ਈਜ਼ੀਲੀ ਸਮਝ ਵੀ ਆਇਆ ਹੋਵੇਗਾ ਕਿ ਕਿਸ ਤਰੀਕੇ ਦੇ ਨਾਲ ਹੁੰਦਾ। ਔਰ ਇਹਦੇ ਵਿੱਚ ਸਮਝਣ ਦੇ ਵਿੱਚ ਮੈਂ ਇਹ ਚੀਜ਼ ਸਮਝ ਰਿਹਾ ਕਿ ਇਹ ਤਾਂ ਬੜਾ ਨੈਚੁਰਲ ਪ੍ਰੋਸੈਸ ਹੋ ਗਿਆ ਕਿ ਤੁਹਾਡੇ ਹੀ ਬਲੱਡ ਤੋਂ ਗਰੋਥ ਸੈਲਸ ਨੂੰ ਲੈ ਕੇ ਉਸ ਜਗ੍ਹਾ ਦੇ ਉੱਤੇ ਪਹੁੰਚਾ ਦਈਏ ਜਿੱਥੇ ਨਹੀਂ ਪਹੁੰਚ ਰਿਹਾ। ਫੋਕਸ ਟਾਰਗੇਟ ਏਰੀਆ ਤੇ ਇਸ ਦੇ ਵਿੱਚ ਰਿਸਕ ਫੈਕਟਰ ਕਿੰਨਾ ਰਹਿ ਜਾਂਦਾ? ਕੋਈ ਰਿਸਕ ਨਹੀਂ ਹੈ ਜੀ, ਬਿਕੋਜ਼ ਇਟ ਇਜ਼ ਡਿਰਾਈਵਡ ਫਰੋਮ ਤੁਹਾਡੇ ਆਪਣੇ ਹੀ ਬਲੱਡ ਤੋਂ ਬਣ ਰਿਹਾ ਹੈ। ਬਹੁਤ ਹੀ ਸਟਰਲਾਈਜ਼ਡ ਵੇ 'ਚ ਬਣ ਰਿਹਾ ਕਿਉਂਕਿ ਸਪੈਸ਼ਲ ਕਿਟਸ ਆ ਰਹੀਆਂ ਨੇ ਐਂਡ ਹਰ ਪ੍ਰੀਕਾਸ਼ਨ ਲੈ ਕੇ ਇਸ ਦਾ ਮੈਂ ਹਲੇ ਤੱਕ ਵੀ ਕੋਈ ਐਡਵਰਸ ਰਿਐਕਸ਼ਨ ਜਾਂ ਈਵਨ ਕੋਈ ਐਨਾਫਾਈਲੈਕਸਿਸ ਜਾਂ ਕੋਈ ਐਲਰਜਿਕ ਰਿਐਕਸ਼ਨ ਵੀ ਅਸੀਂ ਹਲੇ ਤੱਕ ਨੋਟ ਨਹੀਂ ਕੀਤਾ। ਅਸੀਂ ਅਨਵਾਂਟਡ ਹੇਅਰਸ ਦੀ ਵੀ ਗੱਲ ਕਰਨਾ ਚਾਹੁੰਦੇ ਸੀਗੇ। ਇੱਕ ਕਿਤੇ ਤੇ ਲੋਕੀ ਇਸ ਗੱਲ ਤੋਂ ਪਰੇਸ਼ਾਨ ਹੁੰਦੇ ਕਿ ਸਾਡੇ ਵਾਲ ਜਾ ਰਹੇ ਨੇ ਤੇ ਕਈ ਇਸ ਗੱਲ ਤੋਂ ਪਰੇਸ਼ਾਨ ਹੁੰਦੇ ਕਿ ਜ਼ਰੂਰਤ ਤੋਂ ਜ਼ਿਆਦਾ ਆ ਰਹੇ ਨੇ। ਸੋ ਉਸ ਦਾ ਕੀ ਟ੍ਰੀਟਮੈਂਟ? ਦੇਖੋ, ਅੱਜ ਦੀ ਜਿਹੜੀ ਇੱਕ ਯੰਗ ਲੜਕੀ ਹੈ ਉਸਨੇ ਬਹੁਤ ਸਾਰੀਆਂ ਡਿਫਿਕਲਟੀਜ਼ ਦੇਖਣ ਨੂੰ ਮਿਲ ਰਹੀਆਂ ਕਿਉਂਕਿ ਇੱਕ ਜਿਹੜੀ ਪ੍ਰੋਬਲਮ ਹੈ PCOD ਦੀ, ਪੋਲੀਸਿਸਟਿਕ ਓਵੇਰੀਅਨ ਸਿੰਡਰੋਮ, ਆਲਮੋਸਟ ਹਰ ਦੂਸਰੀ ਲੜਕੀ ਨੂੰ ਅਸੀਂ ਦੇਖ ਰਹੇ ਹਾਂ। ਮੇਬੀ ਸਾਡੀ ਡਾਈਟ ਦੇ ਵਿੱਚ ਇੰਪਿਓਰਿਟੀਜ਼ ਨੇ, ਪੈਸਟੀਸਾਈਡ ਲੈਵਲਸ ਅਪ ਹੋ ਗਏ ਨੇ, ਜੋ ਵੀ ਰੀਜ਼ਨ ਤੁਸੀਂ ਲਗਾ ਲਓ, ਹਾਰਮੋਨਲ ਇਰੈਗੂਲਰਿਟੀਜ਼ ਬਹੁਤ ਵੱਧ ਚੁੱਕੀਆਂ ਐਂਡ ਉਸ ਦਾ ਨਤੀਜਾ ਕੀ ਮਿਲ ਰਿਹਾ? ਫੇਸ ਤੇ ਅਣਚਾਹੇ ਵਾਲ ਆ ਰਹੇ ਨੇ ਤੇ ਸਕੈਲਪ ਤੋਂ ਵਾਲ ਉੱਡ ਰਹੇ ਨੇ। ਹਾਂ, ਮੈਂ ਉਹੀ ਬਿਲਕੁਲ ਉਹਦੇ ਵਿੱਚ ਫਿੱਟ ਹੋ ਰਹੀ ਹੈ, ਚੀਜ਼ ਆ ਗਈ ਹੈ ਨਾ, ਆਪੋਜ਼ਿਟ ਹੈ। ਜਿੱਥੇ ਵਾਲ ਚਾਹੀਦੇ ਉੱਥੇ ਜਾ ਰਹੇ ਨੇ, ਜਿੱਥੇ ਨਹੀਂ ਚਾਹੀਦੇ ਉੱਥੇ ਆ ਰਹੇ ਨੇ। ਬਿਲਕੁਲ। ਸੋ ਇਸ ਦੇ ਵਿੱਚ ਅਵੇਅਰ ਜੋ ਆਪਣੇ ਆਪ ਨੂੰ ਕਰਨ ਦੀ ਜ਼ਰੂਰਤ ਇਹ ਹੈ ਕਿ 90% ਇਹ ਜਿਹੜੀ ਪ੍ਰੋਬਲਮ ਹੈ ਇਹ ਰਿਲੇਟਡ ਹੈ weight ਦੇ ਨਾਲ। ਜੀ। ਜਿੰਨਾ weight gain ਤੁਸੀਂ ਕਰ ਰਹੇ ਹੈਗੇ ਹੋ, ਤੁਹਾਡਾ ਜਿਹੜਾ ਬੋਡੀ ਦਾ ਮੈਟਾਬੋਲਿਜ਼ਮ ਹੈ, ਹਾਰਮੋਨਲ ਮੇਕਅਪ ਹੈ, ਉਹ ਡਿਰੇਂਜ ਹੋ ਰਿਹਾ। ਸੋ ਹਾਰਮੋਨਲ ਮੈਡੀਕੇਸ਼ਨ ਲੈਣ ਤੋਂ ਪਹਿਲਾਂ ਮੈਂ ਸਭ ਤੋਂ ਪਹਿਲਾ ਸੁਜੈਸ਼ਨ ਇਹ ਦਿੰਦਾ ਕਿ ਆਪਣੀ ਕੁਆਲਿਟੀ ਆਫ ਲਾਈਫ ਨੂੰ ਇੰਪਰੂਵ ਕਰੋ, ਆਪਣੇ ਫਿਟਨੈਸ ਲੈਵਲਸ ਵਧਾਓ, ਆਪਣੇ ਵਰਕਆਊਟ ਲੈਵਲਸ ਵਧਾਓ ਐਂਡ ਅਨਵਾਂਟਡ ਹੇਅਰ ਫॉर ਦੀ ਫੇਸ ਲਈ ਲੇਜ਼ਰ ਟੈਕਨੋਲੋਜੀ ਤੋਂ ਉੱਪਰ ਕੋਈ ਟ੍ਰੀਟਮੈਂਟ ਨਹੀਂ ਹੈਗਾ। ਤੁਹਾਨੂੰ ਫਾਲਤੂ ਦੇ ਟੈਸਟਾਂ ਦੇ ਵਿੱਚ ਜਾਂ ਹਾਰਮੋਨਲ ਮੈਡੀਸਿਨਸ ਦੇ ਵਿੱਚ ਪੈਣ ਦੀ ਜ਼ਰੂਰਤ ਨਹੀਂ ਹੈ। ਵੀ ਹੈਵ ਵਨ ਆਫ ਦੀ ਬੈਸਟ ਲਿਊਮਿਨਸ ਕੰਪਨੀ ਦੀ US FDA ਅਪਰੂਵਡ ਮੇਰੇ ਕੋਲ ਲੇਜ਼ਰ ਹੈ। ਮੈਂ ਸ਼ੁਰੂ ਤੋਂ ਹੀ ਲਿਊਮਿਨਸ ਯੂਜ਼ ਕੀਤੀ ਹੈ ਬਿਕੋਜ਼ ਇਟ ਗਿਵਸ ਆਲਮੋਸਟ ਗੈਰੰਟੀਡ ਰਿਜ਼ਲਟਸ। ਕਿਉਂਕਿ ਆਪਣੇ ਕੋਲ ਕਲਾਇੰਟ ਇੰਨੀ ਆਸ ਲੈ ਕੇ ਆਉਂਦਾ ਹੈ, ਸਪੈਸ਼ਲੀ ਜਦੋਂ ਇੱਕ ਲੇਡੀ ਇੱਕ ਬੰਦਿਆਂ ਵਰਗੀ ਦਾੜੀ ਲੈ ਕੇ ਆਉਂਦੀ ਹੈ ਜਿਹਨੂੰ ਕਿ ਉਹਨੂੰ ਡੇਲੀ ਪਲੱਕ ਕਰਨਾ ਪੈਂਦਾ। ਜਾਂ ਕੁਝ ਲੇਡੀਜ਼ ਆ ਕੇ ਮੈਨੂੰ ਕਹਿੰਦੀਆਂ ਜੀ ਵੀਰ ਜੀ ਇਸ ਤਰ੍ਹਾਂ ਹੁੰਦਾ ਜਿਸ ਤਰ੍ਹਾਂ ਅਸੀਂ ਡੇਲੀ ਸਬਜ਼ੀ ਲੈਂਦੇ ਹਾਂ ਤਾਂ ਸਾਨੂੰ ਘਰੋਂ ਬਾਹਰ ਕਦਮ ਰੱਖਣ ਵੇਲੇ ਵੀ ਸੋਚਣਾ ਪੈਂਦਾ ਕਿ ਸਾਡੇ ਵਾਲ ਤਾਂ ਨਹੀਂ ਦਿਖ ਰਹੇ। ਐਂਡ ਜਦੋਂ ਉਹਨਾਂ ਦੀ ਮੈਂ ਪ੍ਰੋਬਲਮ ਹੱਲ ਕਰ ਦਿੰਦਾ ਤਾਂ ਉਹ ਦਿਲੋਂ ਅਸੀਸ ਦਿੰਦੀਆਂ ਕਿ ਇੱਕ ਤਰ੍ਹਾਂ ਦਾ ਸ਼ੁਕਰਾਨਾ ਹੈ ਕਿ ਤੁਸੀਂ ਸਾਡੀ ਇੱਕ ਲਾਈਫ ਚੇਂਜਿੰਗ ਸਾਨੂੰ ਰਿਜ਼ਲਟ ਦਿੱਤਾ। ਬਿਲਕੁਲ। ਉਹ ਜਿਹੜੀ ਅਸੀਸ ਹੈ ਮੇਬੀ ਉਹ ਕੈਰੀ ਫਾਰਵਰਡ ਕਰਦੀ ਹੈ ਸਾਨੂੰ ਸ਼ਾਇਦ ਮੇਲਸ ਨੂੰ ਉਸ ਚੀਜ਼ ਦੀ ਅੰਡਰਸਟੈਂਡਿੰਗ ਨਾ ਹੋਵੇ ਕਿ ਕਿੱਡੀ ਵੱਡੀ ਬਹੁਤ ਵੱਡੀ ਇੱਕ ਪ੍ਰੋਬਲਮ ਬਣ ਜਾਂਦੀ ਹੈ ਔਰ ਕਿੰਨਾ ਇਹ ਸਟ੍ਰੈਸ ਵੀ ਦਿੰਦੀ ਹੈ ਔਰ ਕੌਨਫੀਡੈਂਸ ਦੀ ਤੁਸੀਂ ਗੱਲ ਕਰ ਰਹੇ ਸੀ, ਕਿੰਨਾ ਕੌਨਫੀਡੈਂਸ ਲੋ ਕਰਦੀ ਹੈ ਫੀਮੇਲਸ ਦੇ ਲਈ। ਔਰ ਪਰ ਇਹ ਮੇਲਸ ਦੇ ਵਿੱਚ ਵੀ ਹੁੰਦਾ ਹੈ ਸਮ ਟਾਈਮ ਕਿ ਜਿੱਥੇ ਬੀਅਰਡ ਲਾਈਕ ਕਈਆਂ ਦੀ ਗਰੋਥ ਹੁੰਦੀ ਨਹੀਂ ਹੈ ਬੀਅਰਡ ਦੀ। ਔਰ ਅੱਜ ਕੱਲ੍ਹ ਬਹੁਤ ਸਾਰੇ ਵੈਸੇ ਇੱਦਾਂ ਦੇ ਤੁਹਾਨੂੰ ਸੀਰਮਸ ਜਾਂ ਇਹ ਚੀਜ਼ਾਂ ਮਿਲਦੀਆਂ ਨੇ, ਬਟ ਮੈਂ ਇਹ ਵੀ ਸੁਣਿਆ ਕਿ ਉਹਨਾਂ ਚੀਜ਼ਾਂ ਦੇ ਸਮ ਟਾਈਮ ਸਾਈਡ ਇਫੈਕਟ ਵੀ ਹੁੰਦੇ ਨੇ। ਉਸ ਦੇ ਵਿੱਚ ਜਿਹੜੇ ਮਿਨੋਕਸੀਡਲ ਸੀਰਮਸ ਨੇ ਮੈਂ ਉਹ ਪ੍ਰੈਫਰ ਨਹੀਂ ਕਰਦਾ ਪਰਸਨਲੀ ਕਿਉਂਕਿ ਉਹ ਡਿਪੈਂਡੈਂਸ ਕਾਜ਼ਿੰਗ ਨੇ। ਬਟ ਜਿੰਨੇ ਵੀ ਅਦਰ ਹੇਅਰ ਸੀਰਮਸ ਨੇ ਜਿਹਦੇ ਵਿੱਚ ਪ੍ਰੋਟੀਨਸ ਨੇ, ਪੈਪਟਾਈਡਸ ਨੇ, ਜੋ ਵੀ ਤੁਹਾਨੂੰ ਨਿਊਟ੍ਰੀਸ਼ਨ ਦੇ ਰਿਹਾ ਹੈ ਉਹ ਤੁਹਾਡੇ ਲਈ ਅੱਛਾ ਹੈ। ਜੋ ਵੀ ਤੁਹਾਨੂੰ ਡਿਪੈਂਡੈਂਸ ਬਣਾ ਰਿਹਾ ਹੈ ਉਹ ਅੱਛਾ ਨਹੀਂ ਹੈ ਬੇਸਿਕਲੀ ਜੀ। ਐਂਡ ਜਿਵੇਂ ਬॉयਜ਼ ਦੀ ਤੁਸੀਂ ਗੱਲ ਕੀਤੀ ਹੈ, ਬॉयਜ਼ ਅੱਜ ਕੱਲ੍ਹ ਐਜ਼ ਅ ਫੈਸ਼ਨ ਕਸਟਮ ਲਗਾ ਲਓ ਕਿ ਬੀਅਰਡ ਸ਼ੇਪਿੰਗ ਇਜ਼ ਇਨ ਟ੍ਰੈਂਡ।
ਕੋਈ ਵੀ ਨਹੀਂ ਚਾਹੁੰਦਾ ਵੀ ਇੱਥੇ ਮੈਨੂੰ ਧਾਗਾ ਲਵਾਉਣਾ ਪਏ, ਤਾਂ ਉਹਦੇ ਲਈ ਵੀ ਲੇਜ਼ਰ ਟੈਕਨੋਲੋਜੀ ਇਜ਼ ਵੰਡਰਫੁਲ। ਪਰਮਾਨੈਂਟ ਸ਼ੇਪ ਬਣਾਓ ਐਂਡ ਯੂ ਆਰ ਗੁੱਡ ਟੂ ਗੋ। ਅਦਰਵਾਈਜ਼ ਕਈ ਮੁੰਡਿਆਂ ਨੂੰ ਵੀ ਟ੍ਰਿਮਰ ਤੇ ਕਰਕੇ ਉੱਥੋਂ ਸਾਰੀ ਸਕਿਨ ਡੈਮੇਜ ਹੋ ਜਾਂਦੀ ਹੈ। ਸਕਿਨ ਡੈਮੇਜ ਹੁੰਦੀ ਹੈ ਤਾਂ ਪਿਗਮੈਂਟੇਸ਼ਨ ਆਉਂਦੀ ਹੈ ਐਂਡ ਓਬਵੀਅਸਲੀ ਤੁਹਾਡਾ ਜਿਹੜਾ ਹੈਗਾ ਉਹ ਸਕਿਨ ਖਰਾਬ ਹੁੰਦਾ। ਔਰ ਮੈਨੂੰ ਡਾਕਟਰ ਸਾਹਿਬ ਤੁਹਾਡੇ ਨਾਲ ਗੱਲ ਕਰਕੇ ਇਹ ਅੱਛਾ ਲੱਗਿਆ ਕਿ ਅਸੀਂ ਹੱਸਦੇ ਹੋਏ ਸਮਾਈਲ ਦੇ ਨਾਲ ਇੱਕ ਗੱਲ ਕਰ ਰਹੇ ਹਾਂ। ਸੋ ਇਹ ਬਹੁਤ ਜ਼ਰੂਰੀ ਹੁੰਦਾ ਕਿ ਤੁਹਾਨੂੰ ਕੋਈ ਇਦਾਂ ਦੇ ਡਾਕਟਰ ਮਿਲਣ ਜਿਹੜੇ ਕਿ ਤੁਹਾਨੂੰ ਗੱਲ ਕਰਨ ਦੇ ਨਾਲ ਹੀ ਤੁਹਾਨੂੰ ਇੱਕ ਖੁਸ਼ੀ ਦੇ ਦੇਣ। ਸੋ ਡਾਕਟਰ ਸਾਹਿਬ ਇਹ ਬਹੁਤ ਅੱਛੀ ਚੀਜ਼ ਹੈਗੀ ਹੈ। ਤੁਹਾਡੇ ਕੋਲੇ ਜਿਹੜੇ ਪੇਸ਼ੈਂਟਸ ਆਉਂਦੇ ਨੇ ਉਹਨਾਂ ਦੇ ਫੀਡਬੈਕਸ ਕੀ ਰਹਿੰਦੇ ਆ, ਸਪੈਸ਼ਲੀ ਤੁਹਾਨੂੰ ਲੈ ਕੇ ਜਾਂ ਹਸਪੀਟਲ ਨੂੰ ਲੈ ਕੇ? ਸਭ ਤੋਂ ਪਹਿਲਾ ਕਮੈਂਟ ਜਿਹੜਾ ਮੈਨੂੰ ਮੋਸਟ ਕਾਮਨਲੀ ਗਿਵਨ ਕਮੈਂਟ ਟੂ ਮੀ ਇਜ਼ ਕਿ ਵੈਨ ਲੇਡੀ ਫੀਮੇਲ ਔਰ ਅ ਮੇਲ ਕਮਸ ਐਂਡ ਸਿਟਸ ਔਨ ਦਿਸ ਸਟੂਲ ਐਂਡ ਮੇਰੇ ਨਾਲ ਗੱਲਬਾਤ ਚੱਲ ਰਹੀ ਹੈ, 5 ਮਿੰਟ 'ਚ ਜਦੋਂ ਕੰਫਰਟੇਬਲ ਹੋ ਜਾਂਦੇ ਆ ਤਾਂ ਸਭ ਤੋਂ ਪਹਿਲਾ ਕਮੈਂਟ ਆਊਗਾ, ਡਾਕਟਰ ਸਾਹਿਬ ਬਸ ਜੋ ਮਰਜ਼ੀ ਕਰੋ ਜੀ, ਮੈਨੂੰ ਆਪਣੇ ਵਰਗੀ ਸਕਿਨ ਬਣਾ ਦਿਓ। ਸੋ ਆਈ ਡੋਂਟ ਨੋ ਕਿ ਮੈਂ ਆਪਣੇ ਵਰਗੀ ਸਕਿਨ ਬਣਾ ਸਕਦਾ ਜਾਂ ਨਹੀਂ ਬਣਾ ਸਕਦਾ, ਬਟ ਇੱਕ ਪੋਜ਼ਿਟਿਵ ਵਾਈਬ ਜ਼ਰੂਰ ਹੈ। ਠੀਕ ਹੈ, ਜਦੋਂ ਉਹ ਮੇਰੇ ਨਾਲ ਕੋਈ ਵੀ ਬੈਠਦਾ ਹੈ ਆ ਕੇ ਤਾਂ ਇੱਕ ਕੰਫਰਟ ਲੈਵਲ, ਇੱਕ ਪੋਜ਼ਿਟਿਵਿਟੀ, ਕਿਉਂਕਿ ਦੇਖੋ ਇੱਕ ਉਹੀ ਤੁਸੀਂ ਕਿਹਾ ਕਿ ਇੱਕ ਵਾਈਬ ਜਦੋਂ ਤੱਕ ਨਹੀਂ ਆਏਗੀ ਤਾਂ ਉਦੋਂ ਤੱਕ ਉਹ ਕੌਨਫੀਡੈਂਸ ਲੈਵਲ ਨਹੀਂ ਆਏਗਾ। ਐਂਡ ਜੇ ਮੇਰੇ ਅੰਦਰ ਪੋਜ਼ਿਟਿਵਿਟੀ ਹੈ ਤਾਂ ਮੈਂ ਉਹ ਕਹੂੰਗਾ ਕਿ ਉਹ ਵਾਹਿਗੁਰੂ ਦੀ ਮਿਹਰ ਹੈ ਜੀ। ਇਹ ਵੀ ਡਾਕਟਰਾਂ ਨੂੰ ਵੀ ਬਹੁਤ ਸਪਿਰਿਚੁਅਲ ਮਿਹਨਤ ਕਰਨੀ ਪੈਂਦੀ ਹੈ ਤਾਂ ਇੱਕ ਸ਼ਫਾ ਹੱਥ 'ਚ ਆਉਂਦੀ ਹੈ ਜੀ, ਜਿਹਦੇ ਲਈ ਕਿ ਸਾਨੂੰ ਰੈਗੂਲਰ ਸਿਮਰਨ, ਰੈਗੂਲਰ ਪਾਠ ਕਰਨਾ ਪੈਂਦਾ ਹੈ, ਤਾਂ ਹੀ ਅਸੀਂ ਇਹ ਸ਼ਫਾ ਨੂੰ ਵੰਡ ਸਕਦੇ ਹਾਂ। ਔਰ ਮੈਨੂੰ ਪਤਾ ਹੈ ਨਾ ਕਿ ਜਦੋਂ ਰਿਸੈਪਸ਼ਨ ਦੇ ਉੱਤੇ ਬੈਠ ਕੇ ਬੰਦਾ ਸੋਚ ਰਿਹਾ ਹੁੰਦਾ ਵੀ ਮੈਂ ਇਸ ਚੀਜ਼ ਦਾ ਟ੍ਰੀਟਮੈਂਟ ਕਰਾਉਣਾ, ਕਈ ਤਰ੍ਹਾਂ ਦੇ ਸਵਾਲ ਹੁੰਦੇ ਨੇ ਜੋ ਅਸੀਂ ਸਵਾਲਾਂ ਦੇ ਜਵਾਬ ਹੁਣ ਵੀ ਦੇ ਰਹੇ ਹਾਂ ਤੇ ਉਹ ਸਵਾਲਾਂ ਤੋਂ ਡਰਿਆ ਹੁੰਦਾ ਕਿ ਪਤਾ ਨਹੀਂ ਕੀ ਹੋਣਾ। ਤੋ ਜਿਵੇਂ ਮੈਂ ਤੁਹਾਡੇ ਤੋਂ ਪੁੱਛਿਆ ਸੀ ਵੀ ਡਰ ਦਾ ਫੈਕਟਰ ਜਾਂ ਰਿਸਕ ਫੈਕਟਰ ਕਿੰਨਾ ਹੈਗਾ, ਸੋ ਅਗਰ ਅਸੀਂ ਓਵਰਆਲ ਫੇਸ਼ੀਅਲ ਸਾਰੇ ਅਗਰ ਫੇਸ ਦੀ ਗੱਲ ਕਰੀਏ, ਫੇਸ਼ੀਅਲ ਟ੍ਰੀਟਮੈਂਟ ਦੀ ਗੱਲ ਕਰੀਏ, ਸੋ 1% ਵੀ ਕੋਈ ਰਿਸਕ ਨਹੀਂ ਹੈ। ਇਸ ਦੀ ਸ਼ੋਰਿਟੀ ਤੁਸੀਂ ਕਿਸ ਇਸ ਦੀ ਅਸ਼ੋਰਿਟੀ ਮੈਂ ਇਸ ਤਰ੍ਹਾਂ ਦਿੰਦਾ ਕਿ ਅੱਜ ਕੱਲ੍ਹ ਜੋ ਟ੍ਰੈਂਡ ਹੈ ਇੰਡੀਆ ਦੇ ਵਿੱਚ ਜਾਂ ਇਵਨ ਓਵਰਸੀਜ਼ ਕਲਾਇੰਟਸ ਦੇ ਵਿੱਚ ਕਿ ਦੇ ਵਾਂਟ ਟੂ ਕੰਸਲਟ ਅ ਡਾਕਟਰ ਫਸਟ, ਰਾਈਟ, ਜਦੋਂ ਉਹਨਾਂ ਦਾ ਪ੍ਰੀ ਵੈਡਿੰਗ ਸ਼ੂਟ ਹੈ ਜਾਂ ਪ੍ਰੀ ਵੈਡਿੰਗ ਟਾਈਮ ਹੈ। ਕਿਉਂਕਿ ਜੇ ਉਹ ਕਿਸੇ ਸਲੂਨ ਕੋਲ ਜਾ ਕੇ ਸਪੋਜ਼ ਇੱਕ ਹਾਈਡਰਾ ਫੇਸ਼ੀਅਲ ਜਾਂ ਆਕਸੀਜੀਨੀਓ ਕਰਾ ਰਹੇ ਨੇ, ਦੇ ਆਰ ਨਾਟ ਪ੍ਰੀਟੀ ਸ਼ੋਰ ਕਿ ਉਹਨਾਂ ਦੀ ਸਕਿਨ ਨੂੰ ਉਹ ਕਿਸ ਤਰ੍ਹਾਂ ਰਿਐਕਟ ਕਰ ਰਿਹਾ। ਬਟ ਜਦੋਂ ਉਹ ਮੇਰੇ ਕੋਲ ਆ ਰਿਹਾ ਜਾਂ ਕਿਸੇ ਅੱਛੇ ਕਾਸਮੈਟੋਲੋਜਿਸਟ ਕੋਲ ਜਾ ਰਿਹਾ ਜਿਹਦੇ ਵਿੱਚ ਕਿ ਪਹਿਲੇ ਉਹਨਾਂ ਦਾ ਸਕਿਨ ਐਨਾਲਿਸਿਸ ਹੋ ਰਿਹਾ ਐਂਡ ਵੀ ਨੋ ਕਿ ਉਹਦੀ ਆਇਲੀ ਪ੍ਰੋਨ ਸਕਿਨ ਹੈ ਜਾਂ ਡਰਾਈ ਸਕਿਨ ਹੈ, ਅਸੀਂ ਉਹਨੂੰ ਪ੍ਰੋਪਰ ਸਕਿਨ ਨੂੰ ਜੱਜ ਕਰਕੇ ਉਹਨੂੰ ਟਰੀਟ ਕਰਨਾ ਹੈ। ਪ੍ਰੋਪਰ ਮੈਡੀਕੇਟਡ ਪ੍ਰੋਡਕਟਸ ਯੂਜ਼ ਹੋਣੇ ਹੈ, ਪ੍ਰੋਪਰ ਸਰਟੀਫਾਈਡ ਇਕਵਿਪਮੈਂਟ ਯੂਜ਼ ਹੋਣਾ ਹੈ। 3 ਚੀਜ਼ਾਂ ਨੇ, ਗੁੱਡ ਪ੍ਰੋਡਕਟ, ਗੁੱਡ ਇਕਵਿਪਮੈਂਟ ਐਂਡ ਅ ਗੁੱਡ ਥੈਰੇਪਿਸਟ ਔਰ ਅ ਗੁੱਡ ਡਾਕਟਰ। ਸੋ ਇਹ ਤਿੰਨਾਂ ਦੀ ਕੜੀ ਦੇ ਵਿੱਚ ਕਿਤੇ ਵੀ ਕਮੀ ਆ ਗਈ ਤਾਂ ਪ੍ਰੋਬਲਮ ਹੋ ਜਾਏਗੀ ਜੀ। ਸੋ ਇਸ ਕਰਕੇ ਆਲਵੇਜ਼ ਰਿਅਲਾਈਜ਼ ਕਿ ਹੁਣ ਅਸੀਂ ਸਾਰੇ ਮੈਡੀਫੇਸ਼ੀਅਲਸ ਵੀ ਕਰਦੇ ਹਾਂ, ਗਰੂਮਸ ਕਮ ਟੂ ਅਸ, ਬ੍ਰਾਈਡਸ ਕਮ ਟੂ ਅਸ ਐਂਡ ਵੀ ਐਡ ਪ੍ਰੈਡਿਕਟੇਬਿਲਿਟੀ। ਇੱਕ ਜਿਹੜਾ ਪ੍ਰੈਡਿਕਟੇਬਿਲਿਟੀ ਫੈਕਟਰ ਹੈ ਜਦੋਂ ਤੱਕ ਨਹੀਂ ਐਡ ਹੋਏਗਾ ਕਿਸੇ ਵੀ ਇਲਾਜ ਦੇ ਵਿੱਚ ਜਾਂ ਬਿਊਟੀ ਦੇ ਵਿੱਚ, ਉਦੋਂ ਤੱਕ ਤੁਸੀਂ ਡਰ ਫੈਕਟਰ ਰਹੇਗਾ। ਜੇ ਉਹ ਚੱਕਿਆ ਜਾਏਗਾ ਤਾਂ ਉਹ ਫੀਅਰ ਫੈਕਟਰ ਖਤਮ ਹੋ ਜਾਏਗਾ। ਕੀ ਬਾਤ ਹੈ, ਬਹੁਤ ਅੱਛੀ ਗੱਲ ਹੈ। ਡਾਕਟਰ ਸਾਹਿਬ ਇੱਕ ਚੀਜ਼ ਮੈਂ ਇਹ ਪੁੱਛਣਾ ਚਾਹੁੰਦਾ ਕਿ ਅੱਜ ਕੱਲ੍ਹ ਕਈ ਲੋਕ ਨਾ ਕਾਸਮੈਟਿਕ ਪ੍ਰੋਡਕਟਸ ਵੀ ਬਹੁਤ ਜ਼ਿਆਦਾ ਯੂਜ਼ ਕਰਦੇ ਨੇ, ਸਮ ਟਾਈਮ ਉਹਨਾਂ ਦੇ ਨਾਲ ਵੀ ਕੁਝ ਸਾਈਡ ਇਫੈਕਟਸ ਦੇ ਨਾਲ ਤੁਹਾਡੇ ਫੇਸ ਦੇ ਉੱਤੇ ਉਹ ਚੀਜ਼ ਦਿਖਣੀ ਸ਼ੁਰੂ ਹੋ ਜਾਂਦੀ ਹੈ। ਸੋ ਉਹਨਾਂ ਦਾ ਟ੍ਰੀਟਮੈਂਟ ਕਿੰਨਾ ਪੋਸੀਬਲ ਹੁੰਦਾ ਹੈ ਤੇ ਉਸ ਤੋਂ ਬਾਅਦ ਤੁਸੀਂ ਕੀ ਸੁਜੈਸਟ ਕਰਦੇ ਹੋ ਕਿ ਕਿੱਦਾਂ ਦੇ ਪ੍ਰੋਡਕਟਸ ਉਹ ਯੂਜ਼ ਕਰ ਸਕਦੇ ਨੇ ਜਾਂ ਨਹੀਂ ਕਰ ਸਕਦੇ? ਦੇਖੋ, ਇਹਦੇ ਵਿੱਚ ਸਭ ਤੋਂ ਕਾਮਨ ਚੀਜ਼ ਜੋ ਮੈਂ ਹਾਈਲਾਈਟ ਕਰਨਾ ਚਾਹੁੰਦਾ ਸਾਰਿਆਂ ਨੂੰ, ਜਿਹੜਾ ਸਭ ਤੋਂ ਅਬਿਊਜ਼ਡ ਡਰੱਗ ਹੈ ਦੈਟ ਇਜ਼ ਸਟੀਰੋਇਡ ਅਬਿਊਜ਼। ਸਟੀਰੋਇਡ ਸਭ ਤੋਂ ਜ਼ਿਆਦਾ ਅਬਿਊਜ਼ ਹੁੰਦਾ ਹੈ ਫੇਸ ਉੱਪਰ। ਛਾਈਆਂ ਦੇ ਲਈ ਟ੍ਰਿਪਲ ਕੰਬੀਨੇਸ਼ਨ ਕਰੀਮਸ ਯੂਜ਼ ਕੀਤੀਆਂ ਜਾਂਦੀਆਂ ਨੇ। ਈਵਨ ਯੂ ਵੋਂਟ ਬਿਲੀਵ ਕਿ ਹਾਫ ਆਫ ਦੀ ਡਾਕਟਰਸ ਰਿਕਮੈਂਡ ਥੀਸ ਕਰੀਮਸ। ਠੀਕ ਹੈ, ਸੋ ਮੈਂ ਕਿਸ ਨੂੰ ਗਲਤ ਕਵਾਂ ਤੇ ਕਿਸ ਨੂੰ ਠੀਕ, ਬਟ ਮੈਂ ਕਲਾਇੰਟਸ ਨੂੰ ਇਹ ਜ਼ਰੂਰ ਅਵੇਅਰ ਕਰਦਾ ਕਿ ਟ੍ਰਿਪਲ ਕੰਬੀਨੇਸ਼ਨ ਕਰੀਮਸ ਨੂੰ ਅਵੋਇਡ ਕਰੋ, ਕਿਉਂਕਿ ਉਹ ਕੀ ਕਰਦੀਆਂ ਨੇ ਕਿ ਇੱਕ ਵਾਰੀ ਤੁਹਾਨੂੰ ਇੱਕ ਮਾਸਕਿੰਗ ਇਫੈਕਟ ਦਿੰਦੀਆਂ ਐਂਡ ਰੈਡਨੈਸ ਦੇ ਦਿੰਦੀਆਂ, ਲੱਗਦਾ ਕਿ ਛਾਈ ਚੱਲੀ ਗਈ, ਬਟ ਜਿਵੇਂ ਹੀ ਤੁਸੀਂ ਉਹਨੂੰ ਛੱਡੋਗੇ ਤਾਂ ਉਹ ਹੋਰ ਬਲੈਕ ਹੋ ਕੇ ਵਾਪਸ ਆਏਗੀ। ਸੋ ਇਹ ਚੀਜ਼ਾਂ ਨੂੰ ਮੈਂ ਸਖਤ ਮਨਾ ਕਰਦਾ। ਜੋ ਵੀ ਕਰਨਾ ਹੈ ਇੰਟਰਨਲੀ ਕਰੋ, ਆਪਣੀ ਡਾਈਟ ਨੂੰ ਚੰਗਾ ਕਰੋ, ਵਿਟਾਮਿਨ ਸੀ ਇਨਟੇਕ ਨੂੰ ਇਨਕਰੀਜ਼ ਕਰੋ, ਆਪਣਾ ਗਲੂਟਾਥਿਓਨ ਵਰਗੇ, ਰੈਸਵੋਟਰੋਲ ਵਰਗੇ ਐਂਟੀਆਕਸੀਡੈਂਟਸ ਨੂੰ ਜਾਂ ਤਾਂ ਸਪਲੀਮੈਂਟਸ 'ਚ ਲਓ ਜਾਂ ਆਪਣੀ ਡਾਈਟ ਦੇ ਵਿੱਚ ਐਡ ਕਰੋ, ਆਪਣੇ ਆਪ ਨੂੰ ਐਜੂਕੇਟ ਕਰੋ ਜਾਂ ਇੱਕ ਅੱਛੇ ਡਾਕਟਰ ਨੂੰ ਮਿਲੋ, ਬਟ ਅਵੋਇਡ ਐਨੀਥਿੰਗ ਵਿਚ ਕਾਜ਼ਿਸ ਸਾਈਡ ਇਫੈਕਟਸ ਜਾਂ ਡਰੱਗ ਅਬਿਊਜ਼। ਆਲਰਾਈਟ,
ਸੋ ਜਿਵੇਂ ਕਿ ਕੋਈ ਤੁਹਾਡੇ ਕੋਲੋਂ ਲੇਜ਼ਰ ਟ੍ਰੀਟਮੈਂਟ ਕਰਾ ਕੇ ਗਿਆ, ਉਸ ਤੋਂ ਬਾਅਦ ਵੀ ਕੀ ਕੁਝ ਇਦਾਂ ਦੇ ਪ੍ਰੀਕਾਸ਼ਨਸ ਹੁੰਦੇ ਨੇ ਕਿ ਤੁਸੀਂ ਕਾਸਮੈਟਿਕ ਪ੍ਰੋਡਕਟਸ ਨਹੀਂ ਯੂਜ਼ ਕਰਨੇ, ਜਾਂ ਕਿਸ ਤਰੀਕੇ ਦੇ ਨਾਲ ਫੇਸ ਵਾਸ਼ ਕਰਨਾ ਹੈ, ਜਾਂ ਕਿਸ ਤਰੀਕੇ ਦੇ ਨਾਲ ਕੇਅਰ ਕਰਨੀ ਹੈ? ਦਿਸ ਇਜ਼ ਵੈਰੀ ਇੰਪੋਰਟੈਂਟ। ਇਹਨੂੰ ਅਸੀਂ ਕਹਿ ਦਿੰਦੇ ਹਾਂ ਮੈਡੀਕਲ ਕਾਸਮੈਟੋਲੋਜੀ। ਓਕੇ। ਕਾਸਮੈਟੋਲੋਜੀ ਇਜ਼ ਨਾਟ ਲਿਮਿਟਿਡ ਕਿ ਮੈਂ ਸਿਰਫ ਇੱਕ ਲੇਜ਼ਰ ਟ੍ਰੀਟਮੈਂਟ ਕੀਤਾ ਤੇ ਮੇਰਾ ਕੰਮ ਖਤਮ ਹੋ ਗਿਆ। ਮੈਂ ਜਿਸ ਤਰ੍ਹਾਂ ਕਿ ਪਹਿਲਾਂ ਦੱਸਿਆ ਕਿ ਪੂਰੀ ਰੂਟੀਨ ਕੇਅਰ ਹਰ ਕਲਾਇੰਟ ਦੇ ਅਕੋਰਡਿੰਗਲੀ ਮੈਂ ਖੁਦ ਕਾਉਂਸਲ ਕਰਦਾ। ਫੇਸ ਵਾਸ਼ ਸਵੇਰ ਕੀਤਾ, ਸਨਸਕ੍ਰੀਨ ਅਪਲਾਈ ਕੀਤਾ, ਫੇਸ ਵਾਸ਼ ਰਾਤੀ ਕੀਤਾ, ਡਰਾਈ ਫੀਲ ਕਰ ਰਹੇ ਹੋ ਮੋਇਸਚਰਾਈਜ਼ ਕਰੋ, ਐਂਡ ਦੈਨ ਅਪਲਾਈ ਯੋਰ ਨਾਈਟ ਕਰੀਮ ਔਰ ਨਾਈਟ ਸੀਰਮ। ਜਦੋਂ ਤੱਕ ਇੱਕ ਡਾਕਟਰ ਇੱਕ ਕਲਾਇੰਟ ਨੂੰ ਇਹ ਨਹੀਂ ਸਮਝਾਊਗਾ, ਸਿਰਫ ਇੱਕ ਫਾਰਮੇਸੀ ਅਟੈਂਡੈਂਟ ਸਮਝਾਊਗਾ ਤਾਂ ਅਸਰ ਨਹੀਂ ਹੋਊਗਾ। ਬਟ ਜਦੋਂ ਮੈਂ ਇੱਕ ਰਿਜ਼ਲਟ ਦਿੱਤਾ, ਮੇਰੀ ਡਿਊਟੀ ਹੈ ਕਿ ਮੈਂ ਉਸ ਰਿਜ਼ਲਟ ਨੂੰ ਮੇਨਟੇਨ ਕਰਵਾਉਣਾ ਹੈ। ਸੋ ਇਟ ਇਜ਼ ਵੈਰੀ ਇੰਪੋਰਟੈਂਟ ਕਿ ਆਪਾਂ ਪ੍ਰੋਪਰ ਮੈਡੀਕੇਟਡ ਚੀਜ਼ਾਂ ਯੂਜ਼ ਕਰੀਏ। ਸਿਰਫ ਇੱਕ ਓਵਰ ਦੀ ਕਾਊਂਟਰ ਪ੍ਰੋਡਕਟ 'ਚ ਜਦੋਂ ਆਪਾਂ ਇੰਨੀ ਮਿਹਨਤ ਤੇ ਮਨੀ ਸਪੈਂਡ ਕਰਾਂਗੇ ਇੱਕ ਅੱਛੇ ਟ੍ਰੀਟਮੈਂਟ ਤੇ, ਤਾਂ ਇਟ ਇਜ਼ ਆਰ ਡਿਊਟੀ ਕਿ ਆਪਾਂ ਡਾਕਟਰ ਨੂੰ ਫੋਲੋ ਕਰੀਏ ਐਂਡ ਉਸ ਚੀਜ਼ ਨੂੰ ਅੱਛੇ ਲੰਬੇ ਟਾਈਮ ਲਈ ਇੰਜੋਏ ਕਰੀਏ। ਬਿਲਕੁਲ। ਵੈਸੇ ਤਾਂ ਦੇਖੋ ਬਿਊਟੀ ਨੈਚੁਰਲੀ ਆਣੀ ਚਾਹੀਦੀ ਹੈ, ਔਰ ਉਸ ਦੇ ਲਈ ਜਿਵੇਂ ਡਾਕਟਰ ਸਾਹਿਬ ਨੇ ਵੀ ਕਿਹਾ ਕਿ ਸਾਨੂੰ ਡਾਈਟ ਦਾ ਖਿਆਲ ਰੱਖਣਾ ਚਾਹੀਦਾ। ਨਾਰਮਲ ਰੂਟੀਨ ਦੇ ਵਿੱਚ ਚਲੋ ਕਿਸੇ ਨੂੰ ਅਗਰ ਕੋਈ ਪ੍ਰੋਬਲਮ ਹੋ ਗਈ ਉਸ ਦੇ ਲਈ ਤੇ ਤੁਸੀਂ ਹੈਗੇ ਹੋ, ਬਟ ਇਨ ਕੇਸ ਅਗਰ ਕੋਈ ਪਹਿਲਾਂ ਹੀ ਆਪਣੇ ਆਪ ਨੂੰ ਪ੍ਰੋਟੈਕਟ ਰੱਖਣਾ ਚਾਹੁੰਦਾ ਤਾਂ ਤੁਸੀਂ ਨਾਰਮਲ ਲਾਈਫ ਦੇ ਵਿੱਚ ਕੀ ਸੁਜੈਸਟ ਕਰਦੇ ਹੋ ਕਿ ਕਿੱਦਾਂ ਦੀ ਉਹ ਕੇਅਰ ਕਰਨ ਔਰ ਕਿੱਦਾਂ ਦਾ ਇਨਟੇਕਸ ਲੈਣ, ਲਾਈਕ ਡਾਈਟ ਕੀ ਹੋਵੇ, ਤੇ ਇਸ ਤੋਂ ਇਲਾਵਾ ਕਿਸ ਤਰ੍ਹਾਂ ਦੀ ਚੀਜ਼ਾਂ ਤੋਂ ਬਚਣ? ਦੇਖੋ, ਇੱਕ ਤਾਂ ਚਾਹੇ ਧੁੱਪ ਹੈ, ਚਾਹੇ ਛਾਂ ਹੈ, ਚਾਹੇ ਕਲਾਊਡਸ ਹੈ, ਨੈਵਰ ਮਿਸ ਅ ਸਨਸਕ੍ਰੀਨ। ਓਕੇ। ਸਨਸਕ੍ਰੀਨ ਆਪਾਂ ਨੂੰ ਲੱਗਦਾ ਹੈ ਅੱਜ ਤਾਂ ਬਾਹਰ ਮੀਂਹ ਪੈ ਰਿਹਾ ਹੈ, ਅੱਜ ਆਪਾਂ ਬਾਹਰ ਜਾਣਾ ਹੀ ਨਹੀਂ ਹੈ। ਯੂਵੀ ਰੇਡੀਏਸ਼ਨ ਇਜ਼ ਇਨਸਾਈਡ ਆਲਸੋ, ਐਂਡ ਅੱਜ ਕੱਲ੍ਹ ਸਾਨੂੰ ਜ਼ਿਆਦਾ ਡੈਮੇਜ ਕਰ ਰਹੀ ਹੈ ਬਲੂ ਲਾਈਟ। ਬਲੂ ਲਾਈਟ ਹੈ ਸਾਰੀਆਂ ਡਿਵਾਈਸਿਸ ਦੇ ਵਿੱਚ, ਐਂਡ ਮੋਬਾਈਲ ਤੋਂ ਬਿਨਾਂ ਤਾਂ ਆਪਾਂ ਸਾਹ ਵੀ ਨਹੀਂ ਲੈਂਦੇ। ਬਿਲਕੁਲ। ਸੋ ਇਸ ਕਰਕੇ ਬਲੂ ਲਾਈਟ ਫਿਲਟਰਸ ਵਾਲੇ, ਕ੍ਰਿਟੀਕਲ ਵੇਵਲੈਂਥ ਫਿਲਟਰਸ ਵਾਲੇ ਅੱਛੇ ਸਨਸਕ੍ਰੀਨਸ ਯੂਜ਼ ਕਰੋ ਜੀ। ਵਾਟਰ ਇਨਟੇਕ ਅੱਛਾ ਰੱਖੋ। ਵਿਟਾਮਿਨ ਸੀ, ਡੀ ਤੇ ਜ਼ਿੰਕ, ਇਹ ਤਿੰਨ ਚੀਜ਼ਾਂ ਨੇ ਜੋ ਤੁਹਾਡੇ ਇਮਿਊਨਿਟੀ ਬੂਸਟਰ ਨੇ, ਇਮਿਊਨੋ ਮੋਡੂਲੇਟਰ ਨੇ। ਤੁਹਾਡੀ ਸਕਿਨ ਲਈ ਵੀ ਜ਼ਰੂਰੀ ਨੇ, ਤੁਹਾਡੀ ਬੋਡੀ ਲਈ ਵੀ ਜ਼ਰੂਰੀ ਨੇ ਜੀ। ਪਲੱਸ ਅ ਗੁੱਡ ਵਰਕਆਊਟ ਰੈਜੀਮ। ਚਾਹੇ ਤੁਸੀਂ ਸਮਾਰਟ ਵਾਚ ਪਾ ਕੇ 6000 ਦਿਨ ਦੇ ਸਟੈਪਸ ਕਰੋ, ਚਾਹੇ ਤੁਸੀਂ ਆਪਣਾ ਜੋ ਮਰਜ਼ੀ ਰੂਟੀਨ ਫੋਲੋ ਕਰੋ ਜੀ। ਫੋਕਸ ਔਨ ਹੈਲਥ। ਅੱਜ ਕੱਲ੍ਹ ਕੋਵਿਡ ਏਰਾ ਤੋਂ ਬਾਅਦ ਹਰ ਬੰਦੇ ਨੇ ਆਪਣੀ ਹੈਲਥ ਵੱਲ ਫੋਕਸ ਸ਼ਿਫਟ ਕੀਤਾ, ਕਿਉਂਕਿ ਆਪਾਂ ਨੂੰ ਕੋਵਿਡ ਨੇ ਇੱਕ ਚੀਜ਼ ਸਿਖਾਈ, ਹੈਲਥ ਐਂਡ ਫੈਮਿਲੀ। ਇਹ ਦੋ ਚੀਜ਼ਾਂ ਐਂਡ ਤੱਕ ਜ਼ਰੂਰੀ ਨੇ। ਪੈਸਾ, ਦੁਨੀਆ, ਇਹ ਚੱਲਦਾ ਰਹਿਣਾ। ਬਿਲਕੁਲ ਸਹੀ ਗੱਲ ਕਹਿ ਰਹੇ ਹੋ ਡਾਕਟਰ ਸਾਹਿਬ। ਇਹ ਗੱਲ ਤੇ ਸਹੀ ਹੈ ਕਿ ਭਾਵੇਂ ਕੋਵਿਡ ਨੇ ਬਹੁਤ ਨੁਕਸਾਨ ਕੀਤੇ, ਪਰ ਉਸਨੇ ਇਨਸਾਨ ਨੂੰ ਜਿਹੜੀ ਉਹਦੀ ਲਾਈਫ ਦੇ ਵਿੱਚ ਇੰਪੋਰਟੈਂਟ ਚੀਜ਼ ਹੈ ਉਸ ਦੇ ਵੱਲ ਜ਼ਰੂਰ ਉਹਦਾ ਇੱਕ ਵਾਰ ਧਿਆਨ ਲਿਆਤਾ। ਕਾਸਟ ਫੈਕਟਰ ਬਹੁਤ ਵੱਡੀ ਚੀਜ਼ ਹੁੰਦੀ ਹੈ। ਬਹੁਤ ਸਾਰੇ ਦਰਸ਼ਕ ਸਾਡੇ ਵਿਦੇਸ਼ਾਂ ਦੇ ਵਿੱਚ ਉਹ ਦੇਖ ਰਹੇ ਹੋਣਗੇ, ਔਰ ਉਹ ਵੀ ਚਾਹਣਗੇ ਕਿ ਅਸੀਂ ਟ੍ਰੀਟਮੈਂਟ ਕਰਾਈਏ। ਡੈਫੀਨੇਟਲੀ ਅਬਰੋਡ ਨਾਲੋਂ, ਕੈਨੇਡਾ, US ਜਾਂ ਕਿਸੇ ਵੀ ਹੋਰ ਕੰਟਰੀ ਨਾਲੋਂ ਡੈਫੀਨੇਟਲੀ ਇੰਡੀਆ ਦੇ ਵਿੱਚ ਟ੍ਰੀਟਮੈਂਟ ਸਸਤਾ ਵੀ ਪੈਂਦਾ। ਪਰ ਤੁਸੀਂ ਕੀ ਇਸ ਦੇ ਬਾਰੇ ਦੇਣਾ ਚਾਹੋਗੇ ਕਿ ਕਿੰਨਾ ਕਾਸਟ ਇਫੈਕਟਿਵ ਰਹੇਗਾ ਇਹ? ਕਾਸਟ ਇਫੈਕਟਿਵ ਤੋਂ ਪਹਿਲਾਂ ਮੈਂ ਇਹ ਹਾਈਲਾਈਟ ਕਰਨਾ ਚਾਹੂੰਗਾ ਕਿ ਜਿੰਨਾ ਵੀ ਮੈਨੂੰ ਫੀਡਬੈਕ ਮਿਲਦਾ, ਓਵਰਸੀਜ਼ ਇਹ ਟ੍ਰੀਟਮੈਂਟਸ ਕੀਤੇ ਜਾਂਦੇ ਨੇ ਮੋਸਟਲੀ ਐਟ ਸਲੂਨਸ, ਨਾਟ ਬਾਈ ਡਾਕਟਰਸ। ਅੱਛਾ। ਸੋ ਇੱਕ ਤਾਂ ਤੁਹਾਨੂੰ ਐਡਵਾਂਟੇਜ ਮਿਲ ਰਿਹਾ ਕਿ ਇੰਡੀਆ ਦੇ ਵਿੱਚ ਤੁਸੀਂ ਡਾਕਟਰ ਸੁਪਰਵਾਈਜ਼ਡ ਟ੍ਰੀਟਮੈਂਟਸ ਮਿਲ ਰਹੇ ਆ ਤੁਹਾਨੂੰ ਸਾਰੇ ਜੀ। ਚੰਗੀਆਂ ਲੇਜ਼ਰ ਟੈਕਨੋਲੋਜੀ ਇਜ਼ ਹਾਇਰ ਇਨ ਇੰਡੀਆ ਦੈਨ ਓਵਰਸੀਜ਼। ਓਕੇ। ਨੰਬਰ 3, ਕਾਸਟ ਵਾਈਜ਼ ਐਟਲੀਸਟ 10 ਟਾਈਮਸ ਦਾ ਡਿਫਰੈਂਸ ਹੈ। ਅੱਛਾ। ਆਪਾਂ 10 ਗੁਣਾ ਥੱਲੇ ਹਾਂ। ਕਿਆ ਬਾਤ। ਕਿਉਂਕਿ ਜੇ ਤੁਸੀਂ ਇੱਕ ਫੁੱਲ ਫੇਸ ਦਾ ਟ੍ਰੀਟਮੈਂਟ ਕਰਵਾਉਣਾ ਹੈ ਅਨਵਾਂਟਡ ਹੇਅਰ ਦਾ, ਜਾਂ ਐਨੀ ਲੇਜ਼ਰ ਫॉर ਅ ਸਿੰਗਲ ਰਾਊਂਡ, ਤਾਂ ਇਟ ਇਜ਼ ਐਜ਼ ਚੀਪ ਐਜ਼ 4 to 5000 ਰੁਪੀਜ਼। ਅੱਛਾ। ਜੋ ਕਿ ਜੇ ਤੁਸੀਂ ਡਾਲਰਸ 'ਚ ਕਨਵਰਟ ਕਰੋਗੇ ਤਾਂ ਮੇਬੀ ਇਟ ਵਿਲ ਸਾਊਂਡ ਐਜ਼ ਪੀਨਟਸ। ਐਂਡ ਤੁਹਾਨੂੰ ਇੱਕ US FDA ਅਪਰੂਵਡ ਲੇਜ਼ਰ ਮਿਲ ਰਹੀ ਹੈ ਇਸ ਕਾਸਟ ਦੇ ਵਿੱਚ। ਇੰਡੀਆ ਦੇ ਵਿੱਚ ਤੁਸੀਂ ਕਿਹਾ ਕਿ ਲੇਜ਼ਰ ਟੈਕਨੀਕ ਇੰਡੀਆ ਦੇ ਵਿੱਚ ਸਭ ਤੋਂ ਜ਼ਿਆਦਾ ਅੱਛੀ ਹੈ। ਸੋ ਲੋਕੀ ਮੰਨਦੇ ਨੇ ਕਿ US ਜੈਸੀ ਕੰਟਰੀ ਕਾਫੀ ਡਿਵੈਲਪਡ ਹੈ, ਸੋ ਅਸੀਂ ਇੰਡੀਆ ਦੇ ਵਿੱਚ ਦੇ ਰਹੇ ਹਾਂ। ਅਸੀਂ ਇੰਡੀਆ ਨੂੰ ਡੈਫੀਨੇਟਲੀ ਕਿਸੇ ਤੋਂ ਪਿੱਛੇ ਨਹੀਂ ਸਮਝਦੇ, ਔਰ ਨਾ ਹੀ ਹੈ। ਬਟ ਇੱਦਾਂ ਕਿਵੇਂ ਹੋਇਆ ਕਿ ਇੰਡੀਆ ਉਸ ਦੇ ਵਿੱਚ ਮੋਹਰੀ ਹੋ ਗਿਆ? ਕਿਉਂ ਹੋਇਆ? ਕਿਉਂਕਿ ਅਵੇਲੇਬਿਲਿਟੀ ਐਂਡ ਅਪਰੋਚੇਬਿਲਿਟੀ। ਅੱਛਾ। ਇੰਡੀਆ ਦੇ ਵਿੱਚ ਜਿਹੜੀ ਡਾਕਟਰਸ ਦਾ ਨੰਬਰ ਹੈ ਐਂਡ ਉਹਨਾਂ ਦੀ ਅਪਰੋਚੇਬਿਲਿਟੀ। ਹੁਣ ਇਫ ਅ ਕਲਾਇੰਟ ਵਾਂਟਸ ਟੂ ਕੰਟੈਕਟ ਮੀ ਔਨ WhatsApp, ਹੀ ਡਜ਼ਨਟ ਹੈਵ ਟੂ ਟੇਕ ਐਨ ਅਪਾਇੰਟਮੈਂਟ 10 days ਪ੍ਰਾਇਰ। ਜੇ ਮੈਂ US ਦੇ ਵਿੱਚ ਬੈਠਾ ਹੋਊਗਾ ਤਾਂ ਮੈਂ ਦਿਨ ਦੇ ਫਿਕਸ 10 ਕਲਾਇੰਟ ਦੇਖਣੇ ਆ, ਐਂਡ ਦੈਟਸ ਦ ਟ੍ਰੈਂਡ, ਐਂਡ ਆਮ ਡਨ। ਇੰਡੀਆ ਦੇ ਵਿੱਚ ਮੈਂ ਬੈਠਾ ਤਾਂ ਜੇ ਮੇਰੇ ਕੋਲ 40 ਕਲਾਇੰਟਸ ਵੀ ਇੱਕ ਦਿਨ 'ਚ ਆ ਜਾਂਦੇ ਨੇ,
ਆਪਾਂ ਇੰਡੀਅਨਸ ਮਿਹਨਤੀ ਜ਼ਿਆਦਾ ਹੁੰਦੇ ਹਾਂ, ਜੀ ਤਾਂ ਇਟ ਇਜ਼ ਮਾਈ ਡਿਊਟੀ ਕਿ ਮੈਂ ਉਸ ਨੂੰ ਨਿਰਾਸ਼ ਨਹੀਂ ਮੋੜ ਸਕਦਾ, ਬਿਕੋਜ਼ ਇੱਕ ਬੇਸਿਕ ਜਿਹੜਾ ਹਿਊਮੈਨਿਟੇਰੀਅਨ ਕਲਚਰ ਹੈ ਉਹ ਇੰਡੀਅਨਸ ਨੇ ਸਾਰੇ ਵਰਲਡ ਨੂੰ ਦਿੱਤਾ ਹੈ। ਚਾਹੇ ਇੰਡੀਅਨ ਅਮਰੀਕਾ 'ਚ ਵੀ ਬੈਠਾ ਹੈ ਤਾਂ ਜਿਹੜਾ ਉਹਦਾ ਇੱਕ ਸਿੰਪੈਥੈਟਿਕ ਨੇਚਰ ਹੈ ਉਹ ਇੱਕ ਬੇਸਿਕ ਇੰਡੀਅਨ ਰਿਫਲੈਕਟ ਕਰੇਗਾ, ਉਹ ਰਿਫਲੈਕਟ ਕਰੇਗਾ ਚਾਹੇ ਕਿਸੇ ਵੀ ਦੇਸ਼ ਵਿਦੇਸ਼ ਦੇ ਵਿੱਚ ਹੋ ਤੁਸੀਂ। ਔਰ ਅਸੀਂ ਇਹ ਦੇਖਿਆ ਵੀ ਹੈ ਕਿ ਯੂਐਸ ਦੇ ਵਿੱਚ, ਕੈਨੇਡਾ ਦੇ ਵਿੱਚ ਜਾਂ ਬਹੁਤ ਸਾਰੀ ਹੋਰ ਕੰਟਰੀਜ਼ ਦੇ ਵਿੱਚ, ਯੂਕੇ ਦੇ ਵਿੱਚ ਜਿਹੜੇ ਇੰਡੀਅਨ ਡਾਕਟਰਸ ਨੇ ਉਹ ਬਹੁਤ ਜ਼ਿਆਦਾ ਨੇ, ਮੈਕਸਿਮਮ ਇੰਡੀਅਨ ਡਾਕਟਰਸ ਨਾਲੇ ਫਲਰਿਸ਼ ਕਰ ਰਹੇ ਨੇ, ਨਾਲੇ ਫਲਰਿਸ਼ ਕਰ ਰਹੇ ਨੇ, ਕਿਉਂਕਿ ਇੱਕ ਜਿਹੜਾ ਦਰਦ ਹੈ ਪੇਸ਼ੈਂਟ ਦਾ ਜਾਂ ਕਲਾਇੰਟ ਦਾ ਉਹ ਆਪਾਂ ਨਾਲ ਲੈ ਕੇ ਚੱਲਦੇ ਉਹ ਆਪਾਂ ਨਾਲ ਲੈ ਕੇ ਚੱਲਦੇ ਹਾਂ, ਬਹੁਤ ਪ੍ਰੈਕਟੀਕਲ ਨਹੀਂ ਪਰਸਨਲ ਹੋ ਕੇ ਜਿਹੜਾ ਚੱਲਦੇ ਨਾਲ। ਅਗਰ ਬਾਹਰ ਤੋਂ ਕੋਈ ਤੁਹਾਡੇ ਕੋਲ ਟ੍ਰੀਟਮੈਂਟ ਲਈ ਆਂਦਾ ਸੋ ਕਿਸ ਤਰੀਕੇ ਦੇ ਨਾਲ ਉਹ ਤੁਹਾਡੇ ਕੋਲੇ ਅਪਾਇੰਟਮੈਂਟ ਫਿਕਸ ਕਰੇ, ਕਿਉਂਕਿ ਲਿਮਿਟਿਡ ਟਾਈਮ ਪੀਰੀਅਡ ਹੁੰਦਾ ਔਰ ਬਹੁਤ ਸਾਰੇ ਸਾਡੇ ਭੈਣ ਭਰਾ ਜਦੋਂ ਆਉਂਦੇ ਨੇ ਤਾਂ ਉਹਨਾਂ ਨੂੰ ਬਹੁਤ ਸਾਰੇ ਇੰਡੀਆ ਦੇ ਵਿੱਚ ਕੰਮ ਵੀ ਹੁੰਦੇ ਨੇ, ਰਿਸ਼ਤੇਦਾਰੀ ਦੇ ਵਿੱਚ ਵੀ ਮਿਲਣਾ ਹੁੰਦਾ, ਸਭ ਕੁਝ ਹੁੰਦਾ, ਸੋ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਅਕਮੋਡੇਟ ਕਰਦੇ ਹੋ ਔਰ ਕਿਸ ਤਰੀਕੇ ਨਾਲ ਅਪਾਇੰਟਮੈਂਟਸ ਦਿੰਦੇ ਹੋ? ਮੈਂ ਤੁਹਾਨੂੰ ਦੱਸਦਾ ਕਿ ਕੀ ਟ੍ਰੈਂਡ ਹੈ ਜੀ। ਜਦੋਂ ਅਗਲਾ ਆਂਦਾ ਹੈ ਰਿਸ਼ਤੇਦਾਰਾਂ ਨੂੰ ਬਾਅਦ ਚ ਮਿਲਦਾ ਹੈ, ਪਹਿਲੇ ਡਾਕਟਰ TS ਦੀ ਅਪਾਇੰਟਮੈਂਟ ਫਿਕਸ ਕਰਦਾ ਹੈ। ਕੀ ਬਾਤ ਹੈ। ਐਂਡ ਦੈਟ ਇਜ਼ ਡਨ ਬੈਸਟ ਓਵਰ WhatsApp। Okay. ਸੋ ਮੇਰੇ WhatsApp ਨੰਬਰ ਤੁਸੀਂ ਆਈ ਜੀ, ਹੋਪ ਉਹ ਪ੍ਰੋਵਾਈਡ screen ਦੇ ਉੱਤੇ, ਹਾਂਜੀ, screen ਦੇ ਉੱਤੇ flash ਹੋ ਹੀ ਰਿਹਾ। ਐਂਡ ਆਈ ਡੋਂਟ ਚਾਰਜ, ਆਈ ਹੈਵ ਨੈਵਰ ਚਾਰਜਡ ਅ ਪੈਨੀ ਫॉर WhatsApp ਕੰਸਲਟੇਸ਼ਨ। ਅੱਜਕੱਲ ਡਾਕਟਰਸ ਬਹੁਤ ਪ੍ਰਾਈਸੀ ਐਕਟ ਕਰਦੇ ਆ ਕਿ ਮੈਂ ਨਹੀਂ ਕਰਦਾ, ਬਟ ਜਦੋਂ ਇੱਕ ਬੇਸਿਕ ਨੇਚਰ ਮਿਹਨਤੀ ਹੋਏ ਕਿਸੇ ਦਾ ਤਾਂ ਆਪਾਂ ਵਰਕਹੋਲਿਕਸ ਬਣ ਜਾਂਦੇ ਹਾਂ। ਸੋ ਕਿਸੇ ਨੇ ਵੀ ਕੰਟੈਕਟ ਕਰਨਾ ਹੈ, WhatsApp ਇਜ਼ ਦ ਬੈਸਟ। ਈਵਨ ਆਪਣੀਆਂ ਪਿਕਚਰਸ ਸ਼ੇਅਰ ਕਰੋ, ਜੋ ਵੀ ਪੋਸੀਬਲ ਹੋਇਆ ਔਨਲਾਈਨ ਕਰਨ ਲਈ, ਆਈ ਵਿਲ ਬੀ ਦ ਹੈਪੀਐਸਟ ਟੂ ਡੂ ਦੈਟ। ਐਂਡ ਜਦੋਂ ਵੀ ਆਉਣਾ ਹੈਗਾ ਆਲਵੇਜ਼ ਫਿਕਸ ਐਨ ਅਪਾਇੰਟਮੈਂਟ ਐਟ ਦੀ ਅਰਲੀਐਸਟ, ਕਿਉਂਕਿ ਸਾਨੂੰ ਜਾਦੂ ਮੰਤਰ ਕਰਨ ਲਈ ਥੋੜਾ ਜਿਹਾ ਟਾਈਮ ਚਾਹੀਦਾ ਹੁੰਦਾ, ਰਾਈਟ? ਸੋ ਵੀ ਕੈਨ ਪਲਾਨ ਅਕੋਰਡਿੰਗਲੀ ਐਂਡ ਉਨਾ ਹੀ ਤੁਹਾਨੂੰ ਬੈਟਰ ਰਿਜ਼ਲਟ ਦੇ ਸਕਦੇ ਹੈਗੇ, ਕਿਉਂਕਿ ਕੁਝ ਟੈਕਨੀਕਸ ਜਿਵੇਂ ਬਾਡੀ ਸ਼ੇਪਿੰਗ, ਫੇਸ ਲਿਫਟਿੰਗ, ਇਹਨਾਂ ਨੂੰ ਕਈ ਵਾਰੀ ਸੈਸ਼ਨਸ ਚਾਹੀਦੇ ਹੁੰਦੇ ਨੇ। ਸੋ ਵੀ ਹੈਵ ਐਵਰੀਥਿੰਗ ਅੰਡਰ ਵਨ ਰੂਫ, ਤੋ ਤੁਹਾਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਹੈ, ਬਟ ਇਟ ਇਜ਼ ਬੈਟਰ ਟੂ ਬੀ ਪਲੈਨਡ। ਰਾਈਟ। ਸੋ ਅਸੀਂ ਅੱਜ ਜ਼ਿਆਦਾਤਰ ਜਿਹੜੀ ਗੱਲਬਾਤ ਕੀਤੀ ਹੈ ਉਹ ਫੇਸ ਨੂੰ ਲੈ ਕੇ ਕੀਤੀ ਹੈ, ਤਾਂ ਕਿ ਜਿਹੜਾ ਇੱਥੋਂ ਐਂਟੀ ਏਜਿੰਗ ਜਿਹੜਾ ਉਸ ਨੂੰ ਕਿਵੇਂ ਅਸੀਂ ਦੂਰ ਕਰੀਏ। ਸੋ ਡਾਕਟਰ ਸਾਹਿਬ, ਮੈਂ ਬਹੁਤ ਸਾਰੀਆਂ ਚੀਜ਼ਾਂ ਪੁੱਛੀਆਂ, ਇਨ ਕੇਸ ਮੈਂ ਕੁਝ ਮਿਸ ਕਰ ਗਿਆ ਹੋਵਾਂ ਤਾਂ ਤੁਸੀਂ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ? I think today's talk was very touching, maybe even more, ਕਿਉਂਕਿ ਕੋਈ ਪਲਾਨ ਨਹੀਂ ਸੀਗਾ, it was all extempore. So you talk anything, you talk about fillers, you talk about Botox, I have CO2 lasers for moles, for warts, everything. So ਮੈਂ ਆਪਣੀ ਤਾਰੀਫ ਨਹੀਂ ਕਰਨੀ, ਮੈਂ ਇਹ ਕਹਿਣਾ ਹੈ ਕਿ ਜੇ ਤੁਹਾਨੂੰ ਇਹ ਟਾਕ ਸੁਣ ਕੇ ਥੋੜਾ ਜਿਹਾ ਵੀ ਵਿਸ਼ਵਾਸ ਪੈਦਾ ਹੋਇਆ ਤਾਂ I am right next to you. ਮੈਨੂੰ give me a ping, give me a message anytime, I'll be there to help you. ਚਾਹੇ ਮੈਂ ਉਹ ਕਰ ਰਿਹਾ, ਚਾਹੇ ਮੈਂ ਉਹ ਨਹੀਂ ਕਰ ਰਿਹਾ, but I can be your best guide. ਬਿਲਕੁਲ, ਔਰ ਬੈਸਟ ਗਾਈਡ ਦੇ ਨਾਲ ਨਾਲ ਮੈਨੂੰ ਜੋ ਤੁਹਾਡੇ ਵਿੱਚ ਨਜ਼ਰ ਆਇਆ, ਯੂ ਕੈਨ ਬੀ ਅ ਬੈਸਟ ਫਰੈਂਡ ਫॉर एवरीवन। ਸੋ ਡਾਕਟਰ ਸਾਹਿਬ, ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ, ਔਰ ਮੈਂ ਦਰਸ਼ਕਾਂ ਨੂੰ ਦੱਸਣਾ ਚਾਹਾਂਗਾ ਕਿ ਜਿਹੜੇ ਅਗਲੇ ਐਪੀਸੋਡਸ ਹੋਣਗੇ, ਕਿਉਂਕਿ ਜੋ ਬਿਊਟੀ ਹੈ ਉਹ ਸਿਰਫ ਫੇਸ ਦੇ ਉੱਤੇ ਨਹੀਂ, ਸਾਡੇ ਪੂਰੇ ਬਾਡੀ ਸਟਰਕਚਰ ਦੇ ਵਿੱਚ ਨਜ਼ਰ ਆਣੀ ਚਾਹੀਦੀ ਹੈ, ਰਿਫਲੈਕਟ ਕਰਨੀ ਚਾਹੀਦੀ ਹੈ। ਸੋ ਬਾਕੀ ਦੀ ਗੱਲਾਂ ਜਿਹੜੀਆਂ ਨੇ ਉਹ ਅਗਲੇ ਐਪੀਸੋਡ ਦੇ ਵਿੱਚ ਹੋਣਗੀਆਂ, ਹੋਰ ਵੀ ਟੌਪਿਕਸ ਲੈ ਕੇ ਆਵਾਂਗੇ। ਸੋ ਡਾਕਟਰ ਸਾਹਿਬ, ਬਹੁਤ ਬਹੁਤ ਧੰਨਵਾਦ ਆਪਣਾ ਟਾਈਮ ਦੇਣ ਲਈ, ਸਾਡੇ ਦਰਸ਼ਕਾਂ ਨਾਲ ਗੱਲ ਕਰਨ ਲਈ। ਥੈਂਕ ਯੂ ਜੀ। ਸੋ ਦਰਸ਼ਕੋ, ਅਸੀਂ ਅਗਲੇ ਐਪੀਸੋਡ ਦੇ ਵਿੱਚ ਮਿਲਾਂਗੇ। ਆਪਣੀ ਸਿਹਤ ਦਾ ਧਿਆਨ ਰੱਖੋ, ਆਪਣੇ ਆਲੇ ਦੁਆਲੇ ਆਪਣਿਆਂ ਦਾ ਖਿਆਲ ਰੱਖੋ। ਸੋ ਇਸੇ ਉਮੀਦ ਦੇ ਨਾਲ ਤੁਹਾਡੇ ਤੋਂ ਇੱਥੇ ਇਜਾਜ਼ਤ ਲੈ ਰਹੇ ਹਾਂ। ਅਗਲੇ ਐਪੀਸੋਡ ਦੇ ਵਿੱਚ ਮਿਲਾਂਗੇ ਹੈਲਥ ਟਾਕ ਦੇ। ਦੇਖਦੇ ਰਹੋ ਹਮਦਰਦ TV। ਸਤਿ ਸ਼੍ਰੀ ਅਕਾਲ।